ਤਾਂ ਆਪਣੇ जो पिछले श्लोक ने पहला ਆਪਾਂ ਦੇਖਾਂਗੇ कि भगवान ने पिछले श्लोकां 'ਚ ਕੀ ਕਿਹਾ। ਪਿੱਛੇ ਜਿਹੜਾ ਸ਼ਲੋਕ ਹੈ ਬਹੁਤ ਇੰਪੋਰਟੈਂਟ ਭਗਵਦ ਗੀਤਾ ਸ਼ਲੋਕ ਹੈ, ਜਿਹਦੇ ਵਿੱਚ ਅਰਜੁਨ ਪੁੱਛ ਰਿਹਾ ਕਿ ਜਿਹੜਾ ਵਿਅਕਤੀ ਸਥਿਤ ਪ੍ਰਗਯ ਹੁੰਦਾ ਜਾਂ ਜਿਹੜਾ ਵਿਅਕਤੀ ਭਗਵਾਨ ਦਾ ਡਿਵੋਟੀ ਹੁੰਦਾ ਉਹਦੇ ਕੀ ਲੱਛਣ ਹੈ। ਕੀ ਸ਼ਲੋਕ ਸੀਗਾ? ਅਰਜੁਨ ਵਾਚਾ स्थित प्रज्ञस्य का वाशा समाधियस्तस्य केशव स्थित दिन किम प्रभाषेत किमासीत प्रजेत किम। इस श्लोक ਦੇ ਵਿੱਚ ਅਰਜੁਨ ਭਗਵਾਨ ਨੂੰ ਕੁਐਸਚਨ ਕਰ ਰਿਹਾ ਔਰ ਕੁਐਸਚਨ ਚ ਪੁੱਛ ਰਿਹਾ ਕਿ हे ਕ੍ਰਿਸ਼ਨ, ਅਧਿਆਤਮ ਦੇ ਵਿੱਚ ਜਿਹੜਾ ਵਿਅਕਤੀ ਲੀਨ ਹੁੰਦਾ ਹੈ, ਜਿਹੜਾ ਵਿਅਕਤੀ ਸਥਿਤ ਪ੍ਰਗਯ ਹੁੰਦਾ ਹੈ, ਜਿਹੜਾ ਵਿਅਕਤੀ ਤੁਹਾਡੀ ਭਗਤੀ ਕਰਦਾ, ਜਿਹੜਾ ਡਿਵੋਟੀ ਹੁੰਦਾ ਹੈ, ਉਹਦੇ ਕੀ ਲੱਛਣ ਨੇ। ਅਰਜੁਨ ਇੱਥੇ ਕੀ ਕੁਐਸਚਨ ਪੁੱਛ ਰਿਹਾ ਹੈ? अर्जुन पूछ रहे हैं वो किद्दां बोलदा है, जेड़ा व्यक्ति भक्ति कर रहा होंदा वो बोलदा किद्दां है। दूसरा, ओदी भाषा की है, किस लैंग्वेज च बोलदा और किद्दां बोलदा है। तीसरा, वो किस तरह उठदा है अते वो किस तरह चलदा है। आपने पिछले श्लोक दे विच असीं डिस्कस कर चुके हैं, जिहदे च भगवान आंसर कर रहे हैं कि उस व्यक्ति दी चेतना की हुंदी है, की कॉन्शियस हुंदी है उस व्यक्ति दी, किस तरह वो डील करदा है। जिहदे च असीं पढ़िया श्री भगवान ने कहा कि हे पार्थ, जो व्यक्ति मनोधर्म तो उत्पन्न होने वाली इंद्रिय तृप्ति ਦੀਆਂ ਸਾਰੀਆਂ ਕਾਮਨਾਵਾਂ ਦਾ ਪਰਿਤਿਆਗ ਕਰ ਦਿੰਦਾ ਹੈ ਤੇ ਇਸ ਤਰ੍ਹਾਂ ਜਦੋਂ ਵਿਸ਼ੁੱਧ ਆਤਮਾ ਵਿਸ਼ੁੱਧ ਹੋ ਜਾਂਦਾ ਹੈ ਤੇ ਉਹਦਾ ਮਨ ਜਿਹੜਾ ਆ ਉਹ ਦਿਵਯ ਚੇਤਨਾ ਦੇ ਵਿੱਚ ਆ ਜਾਂਦਾ ਹੈ। ਪਹਿਲਾਂ ਭਗਵਾਨ ਨੇ ਡਿਫਾਈਨ ਕੀਤਾ ਕਿ ਸਥਿਤ ਪ੍ਰਗਯ ਕੀ ਹੁੰਦਾ, ਉਹ ਪਿਛਲੇ ਸ਼ਲੋਕ 'ਚ ਅਸੀਂ ਡਿਸਕਸ ਕਰ ਚੁੱਕੇ ਹਾਂ। ਅੱਜ ਦੇ ਸ਼ਲੋਕ ਦੇ ਵਿੱਚ ਅਸੀਂ ਕੀ ਡਿਸਕਸ ਕਰਨ ਜਾ ਰਹੇ ਹਾਂ? ਅੱਜ ਦੇ ਸ਼ਲੋਕ 'ਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਿ ਜਿਹੜਾ ਵਿਅਕਤੀ ਕ੍ਰਿਸ਼ਨ ਭਾਵਨਾ ਦੇ ਵਿੱਚ ਹੈਗਾ ਆ, ਜਿਹੜਾ ਵਿਅਕਤੀ ਭਗਤੀ ਦੀ ਪ੍ਰੈਕਟਿਸ ਕਰ ਰਿਹਾ, ਜਿਹੜਾ ਵਿਅਕਤੀ स्थित प्रज्ञ, किस तरह का व्यक्ति ਜਿਹੜਾ स्थित प्रज्ञ ਹੁੰਦਾ ਉਹ किस तरह बोलदा है। और काफी इंटरेस्टिंग तात्पर्य श्रील प्रभुपाद ने लिखा। मैं पहला श्लोक पढ़ांगा, फिर ਉਹਦਾ अनुवाद और फिर ਉਹਦਾ तात्पर्य। श्लोक है 2.56। श्री भगवान उवाच दुखेशवनुद्विग्नमना सुखेषु विगतस्पृहा वीतराग भयक्रोधा सितधीर मुनिरुच्यते। दुखेषु तिन्ना तापां तो, अनुद्विग्न मना मन च विचलित होए बिना, सुखेषु सुख च, विगत स्पृहा जेड़ा अटैच नहीं हुंदा, वीत जेड़ा मुक्त हुंदा, राग आसक्ति, भय मतलब डर, क्रोध का मतलब क्रोध और स्थित दी मतलब स्थिर मन वाला हुंदा। मुनि उच्चते कहलांदा, उच्चता का मतलब हुंदा कहलांदा, उन्हें मतलब मुनि कहा जाता है। तात्पर्य श्रील प्रभुपाद लिखने, श्रील प्रभुपाद की जय, जो त्रय तापों के होने पर भी मन में विचलित नहीं होता अथवा सुख में प्रसन्न नहीं होता और जो आसक्ति भय तथा क्रोध से मुक्त है वह स्थिर मन वाला मुनि कहलाता है। पंजाबी ट्रांसलेट कर रहे हैं मैं कि ਜਿਹੜਾ ਤਿੰਨ ਤਾਪਾਂ ਦੇ ਤਿੰਨ ਤਰ੍ਹਾਂ ਦੇ ਤਾਪ ਹੈ। ਤਿੰਨ ਤਰ੍ਹਾਂ ਦੇ ਤਾਪ ਕਿਹੜੇ ਹੈ? ਕੁਝ ਤਾਪ ਇਹੋ ਜਿਹੇ ਆ ਜਿਹੜੇ ਆਦਿ ਅਧਿਆਤਮਿਕ ਹੁੰਦੇ ਆ, ਕੁਝ ਆਦਿ ਦੈਵਿਕ ਹੁੰਦੇ ਆ ਔਰ ਕੁਝ ਆਦਿ ਭੌਤਿਕ ਤਾਪ ਹੁੰਦੇ ਆ। ਮਤਲਬ ਕੁਝ ਤਾਪ ਜਿਹੜੇ ਇਹੋ ਜਿਹੇ ਹੁੰਦੇ ਆ ਜਿਹੜੇ ਸਾਨੂੰ ਦੇਵੀ ਦੇਵਤਾ ਵੱਲੋਂ ਦਿੱਤੇ ਜਾਂਦੇ ਆ, ਕੁਝ ਤਾਪ ਇਹੋ ਜਿਹੇ ਹੁੰਦੇ ਜਿਹੜੇ ਸਾਨੂੰ ਸਾਡਾ ਮਨ ਹੀ ਦੇ ਰਿਹਾ ਹੁੰਦਾ ਔਰ ਕੁਝ ਤਾਪ ਇਹੋ ਜਿਹੇ ਹੁੰਦੇ ਜਿਹੜੇ ਦੂਸਰੇ ਜਿਹੜੇ ਜੀਵ ਆਤਮਾਵਾਂ ਨੇ ਜਿਹੜੇ ਸਾਡੇ ਨਾਲ ਰਹਿ ਰਹੇ ਨੇ, ਮੱਛਰ ਹੋ ਗਏ ਜਾਂ ਸਾਡੇ ਰਿਸ਼ਤੇਦਾਰ ਹੋ ਗਏ ਜਾਂ ਕੁਝ ਹੋਰ ਲੋਕ ਹੋ ਗਏ ਜੋ ਸਮਾਜ ਦੇ ਵਿੱਚ ਨੇ ਜਿਹੜੇ ਸਾਨੂੰ ਤੰਗ ਪਰੇਸ਼ਾਨ ਕਰਦੇ। ਇਹ ਤਿੰਨ ਤਰ੍ਹਾਂ ਦੇ ਤਾਪ ਜਿਹੜੇ ਆ ਉਹ ਜੀਵਾਤਮਾ ਨੂੰ ਮਿਲਦੇ। ਤਾਂ ਜਿਹੜਾ ਵਿਅਕਤੀ ਤਿੰਨ ਤਾਪਾਂ जो त्रय तापों के होने पर भी मन में विचलित नहीं होता, ਜਿਹਦੇ ਮਨ ਦੇ ਵਿੱਚ ਕੋਈ ਵੀ ਚੇਂजेस ਨਹੀਂ ਆਉਂਦੇ, ਮਤਲਬ ਜਿਹਦਾ ਥਾਟ ਪ੍ਰੋਸੈਸ ਬਿਲਕੁਲ ਚੇਂਜ ਨਹੀਂ ਹੁੰਦਾ, ਮਤਲਬ ਉਹਨੂੰ ਕੋਈ ਸਟ੍ਰੈਸ ਨਹੀਂ ਆਉਂਦਾ, ਉਹਦੇ ਤੇ ਚਾਹੇ ਜਿਹੋ ਜਿਹੀ ਮਰਜ਼ੀ ਕਲੈਮਿਟੀਜ਼ ਜਾਂ ਜਿਹੋ ਜਿਹੀ ਮਰਜ਼ੀ ਉਹਦੇ ਉੱਤੇ ਪ੍ਰੋਬਲਮਸ ਆ ਜਾਣ, ਉਹ ਡਿਸਟਰਬ ਨਹੀਂ ਹੁੰਦਾ, ਨਾ ਹੀ ਉਹ ਸੁੱਖ 'ਚ ਪ੍ਰਸੰਨ ਹੁੰਦਾ ਹੈ और वो आसक्ति भय तथा क्रोध तो मुक्त हुंदा है। उन्होंने स्थिर मन वाला मुनि कहा जाता है। पॉइंट है कि मुनि शब्द अर्थ प्रभुपाद दस रहा है, काफी इंटरेस्टिंग पॉइंट्स प्रभुपाद इच रेज कर रहे हैं। प्रभुपाद जी कह रहे हैं कि जेड़ा मुनि शब्द है ਉਹਦਾ ਕੀ अर्थ है? मुनि शब्द ਹੁੰਦਾ ਜਿਹੜੇ शुष्क चिंतन करते हैं, ਜਿਹੜੇ ਮੈਂਟਲ ਸਪੈਕੂਲੇਟਰਸ ਹੁੰਦੇ ਆ, ਉਹਨਾਂ ਨੂੰ ਮੁਨੀ ਕਿਹਾ ਜਾਂਦਾ ਹੈ। ਔਰ ਇੱਕ ਮੁਨੀ ਜਿਹੜਾ ਹੈ ਉਹ ਕਦੀ ਵੀ ਦੂਸਰੇ ਮੁਨੀ ਦੇ ਨਾਲ ਉਹਦੀਆਂ ਗੱਲਾਂ ਮੈਚ ਨਹੀਂ ਕਰਦੀਆਂ। ਇੱਕ ਮੁਨੀ ਦੀਆਂ ਗੱਲਾਂ ਹਮੇਸ਼ਾ ਦੂਸਰੇ ਤੋਂ ਵੱਖਰੀਆਂ ਹੋਣਗੀਆਂ। ਲੇਕਿਨ ਇੱਥੇ ਕਿਹੜੇ ਮੁਨੀ ਦੀ ਗੱਲ ਕੀਤੀ ਜਾ ਰਹੀ ਹੈ? ਇੱਥੇ ਉਸ ਮੁਨੀ ਦੀ ਗੱਲ ਕੀਤੀ ਜਾ ਰਹੀ ਹੈ ਜਿਹੜਾ ਕ੍ਰਿਸ਼ਨ ਭਾਵਨਾ ਪ੍ਰਭਾਵਿਤ ਹੈ, मतलब एक डिवोटी की गल हो रही है, ऋषि मुनि दे लेवल तो भी ऊपर एक डिवोटी एक भक्त की गल हो रही है। और
ਵਕਤ ਬਾਰੇ ਦੱਸਿਆ ਜਾ ਰਿਹਾ ਕਿ ਵਕਤ ਦਾ ਬੋਲਣਾ, ਵਕਤ ਕਿੱਦਾਂ ਬੋਲਦਾ, ਹਾਊ ਹੀ ਸਪੀਕਸ। अब इतने क्वेश्चन है कि इतने स्पीक वाली ਤਾਂ ਗੱਲ ਆ ਹੀ ਨਹੀਂ ਰਹੀ ਹੈ ਨਾ, ਲੇਕਿਨ ਸਪੀਕ ਵਾਲੀ ਗੱਲ ਆ ਰਹੀ ਹੈ। ਫੋਰ ਐਗਜ਼ਾਮਪਲ ਜਿੱਦਾਂ ਅਸੀਂ ਕਿਸੇ ਪ੍ਰੋਬਲਮ 'ਚ ਫਸ ਜਾਂਦੇ ਹਾਂ, ਜਦੋਂ ਅਸੀਂ ਕਿਸੇ ਪ੍ਰੋਬਲਮ 'ਚ ਫਸ ਜਾਂਦੇ ਹਾਂ ਤਾਂ ਜਾਂ ਸਾਨੂੰ ਕੋਈ ਸਟ੍ਰੈਸ ਹੋ ਜਾਂਦੀ ਹੈ, ਉਦੋਂ ਸਾਡਾ ਬਿਹੇਵੀਅਰ ਬਾਹਰ ਆਉਂਦਾ ਹੈ, ਜੋ ਸਾਡੇ ਮੂੰਹ ਦੇ ਉੱਤੇ ਉਦੋਂ ਗੱਲਾਂ ਆਉਂਦੀਆਂ, ਅਸਲ ਦੇ ਵਿੱਚ ਅਸੀਂ ਉਹੀ ਹੁੰਦੇ ਹਾਂ। ਤਾਂ ਜਿਹੜਾ ਵਿਅਕਤੀ ਕ੍ਰਿਸ਼ਨ ਭਾਵਨਾ ਭਾਵਿਤ ਹੁੰਦਾ ਹੈ, ਜਦੋਂ ਉਹ ਸਟ੍ਰੈਸ ਦੇ ਵਿੱਚ ਆਉਂਦਾ, ਜਦੋਂ ਉਹ ਪਰੇਸ਼ਾਨੀ ਦੇ ਵਿੱਚ ਆਉਂਦਾ, ਤਾਂ ਉਹਦੇ ਮਨ ਵਿੱਚ ਕੀ ਚੱਲਦਾ ਹੈ, ਉਹ ਵੀ ਗੱਲ ਕਰਦਾ ਹੈ। ਜਨਰਲੀ ਕੀ ਹੈ, ਆਪਾਂ ਜਦੋਂ ਅਸੀਂ ਕਿਸੇ ਸਿਚੁਏਸ਼ਨ ਦੇ ਵਿੱਚ ਹੁੰਦੇ ਆ, ਇਹਨੂੰ ਕਹਿੰਦੇ ਸੈਲਫ ਟਾਕ। ਅਸੀਂ ਮੋਸਟ ਆਫ ਦਾ ਟਾਈਮ ਸੈਲਫ ਟਾਕ ਕਰਦੇ ਆ। ਸੈਲਫ ਟਾਕ ਦਾ ਮਤਲਬ ਆਪਣੇ ਨਾਲ ਗੱਲ ਕਰਦੇ ਆ, ਔਰ ਜਦੋਂ ਵਿਅਕਤੀ ਪਰੇਸ਼ਾਨ ਹੁੰਦਾ ਉਦੋਂ ਵੀ ਆਪਣੇ ਨਾਲ ਗੱਲ ਕਰਦਾ ਹੈ। ਲੇਕਿਨ ਉਹ ਕਿਸ ਤਰ੍ਹਾਂ ਗੱਲ ਕਰਦਾ ਹੈ? ਇੱਕ ਨਾਰਮਲ ਵਿਅਕਤੀ ਕਿਸ ਤਰ੍ਹਾਂ ਗੱਲ ਕਰਦਾ ਹੈ? ਇੱਕ ਨਾਰਮਲ ਵਿਅਕਤੀ ਬਲੇਮ ਕਰਨਾ ਸ਼ੁਰੂ ਕਰ ਦਿੰਦਾ। ਜਿੱਦਾਂ ਕਈ ਵਾਰੀ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹਾਂ, ਇੱਕ ਫਿਲਮ ਦੇ ਵਿੱਚ ਅਮਿਤਾਭ ਬੱਚਨ ਨੂੰ ਘੰਟੀਆਂ ਵਜਾ ਰਿਹਾ ਹੁੰਦਾ, ਉਹ ਔਰ ਕਹਿੰਦਾ ਕਿ ਮੰਦਿਰ ਦੇ ਵਿੱਚ ਜਾਂਦਾ ਕਿ ਭਗਵਾਨ ਮੈਂ ਤੇਰਾ ਕੀ ਵਿਗਾੜਿਆ, ਤੂੰ ਮੇਰੇ ਨਾਲ ਇੰਨਾ ਬੁਰਾ ਕੀਤਾ। ਇੱਕ ਨਾਰਮਲ ਵਿਅਕਤੀ ਇਦਾਂ ਬਿਹੇਵ ਕਰਦਾ ਹੈ ਨਾ ਜਦੋਂ ਉਹਦੇ ਲਾਈਫ 'ਚ ਪ੍ਰੋਬਲਮ ਆਉਂਦੀ ਹੈ। ਲੇਕਿਨ ਇੱਕ ਡਿਵੋਟੀ ਜਿਹੜਾ ਸਥਿਤ ਪ੍ਰਗਿਆ ਹੈ ਵਿਅਕਤੀ, ਉਹ ਕਿੱਦਾਂ ਬਿਹੇਵ ਕਰਦਾ ਹੈ? ਸਥਿਤ ਪ੍ਰਗਿਆ ਵਿਅਕਤੀ ਬਿਹੇਵ ਕਰਦਾ ਹੈ, ਉਹ ਜਦੋਂ ਪ੍ਰੋਬਲਮਸ ਆਉਂਦੀਆਂ ਤਾਂ ਸਥਿਤ ਪ੍ਰਗਿਆ ਵਿਅਕਤੀ ਆਪਣੇ ਮਨ ਦੇ ਵਿੱਚ ਸੋਚਦਾ ਹੈ, ਆਪਣੇ ਨਾਲ ਗੱਲ ਕਰਦਾ ਹੈ ਕਿ ਇਹ ਪ੍ਰੋਬਲਮਸ ਜਿਹੜੀਆਂ ਆ, ਜਿਹੜੀਆਂ ਪ੍ਰੋਬਲਮਸ ਆ ਰਹੀਆਂ, ਇਹ ਪ੍ਰੋਬਲਮਸ ਐਕਚੁਅਲੀ ਮੇਰੇ ਪਾਸਟ ਲਾਈਫ ਦੇ ਜਿਹੜੇ ਕਰਮਾਸ ਆ, ਮੇਰੇ ਜਿਹੜੇ ਪਾਸਟ ਲਾਈਫ ਦੇ ਕਰਮਾਸ ਜਿਹੜੇ ਮੈਂ ਕੀਤੇ ਆ, ਉਹਨਾਂ ਕਰਕੇ ਆ ਰਹੀਆਂ। ਔਰ ਭਗਵਾਨ ਨੇ ਪ੍ਰੋਬਲਮਸ ਮੈਨੂੰ ਬਹੁਤ ਜ਼ਿਆਦਾ ਸੀਗੀਆਂ, ਬਹੁਤ ਵੱਡੀਆਂ ਸੀਗੀਆਂ, ਲੇਕਿਨ ਭਗਵਾਨ ਨੇ ਪ੍ਰੋਬਲਮਸ ਮੈਨੂੰ ਛੋਟੀਆਂ ਕਰ ਦਿੱਤੀਆਂ। ਬੋਲ ਰਿਹਾ ਉਹ, ਸਪੀਕਿੰਗ ਟੂ ਹਿਮਸੈਲਫ, ਆਪਣੇ ਨਾਲ ਗੱਲ ਕਰ ਰਿਹਾ। ਸਥਿਤ ਪ੍ਰਗਿਆ ਵਿਅਕਤੀ ਕਿਸ ਤਰ੍ਹਾਂ ਗੱਲ ਕਰ ਰਿਹਾ ਹੈ? ਉਹ ਕਹਿ ਰਿਹਾ ਕਿ ਜੋ ਵੀ ਪ੍ਰੋਬਲਮਸ ਮੇਰੀ ਲਾਈਫ 'ਚ ਆ ਰਹੀਆਂ, ਇਹ ਮੇਰੇ ਪਿਛਲੇ ਜਨਮਾਂ ਦੇ ਕਰਮ ਹੈ, ਜਿਹੜੇ ਉਹ ਪਿਛਲੇ ਜਨਮਾਂ ਦੇ ਵਿੱਚ ਕੀਤੇ ਹੋਏ ਆ, ਔਰ ਉਹਨਾਂ ਕਰਮਾਂ ਦੇ ਕਾਰਨ ਮੈਨੂੰ ਫਲ ਮਿਲ ਰਿਹਾ। ਲੇਕਿਨ ਭਗਵਾਨ ਇੰਨੇ ਗ੍ਰੇਟ ਹੈ, ਕ੍ਰਿਸ਼ਨਾ ਸੋ ਗ੍ਰੇਟ, ਕਿ ਉਹ ਇੰਨੇ ਵੱਡੇ ਪਾਪ ਕਰਮ ਜਿਹੜੇ ਸਾਡੇ ਪਾਪ ਕੀਤੇ ਹੋਏ ਆ, ਉਹਨਾਂ ਦੇ ਫਲ ਸਾਨੂੰ ਛੋਟੇ ਛੋਟੇ ਦੇ ਰਹੇ ਆ, ਬਿਲਕੁਲ ਛੋਟੇ ਛੋਟੇ। ਉਹ ਇਸ ਤਰ੍ਹਾਂ ਗੱਲ ਕਰਦਾ, ਇਸ ਤਰ੍ਹਾਂ ਉਹ ਬੋਲਦਾ, ਇਸ ਤਰ੍ਹਾਂ ਇੱਕ ਸਥਿਤ ਪ੍ਰਗਿਆ ਵਿਅਕਤੀ ਬੋਲਦਾ। ਜਾਂ ਜਦੋਂ ਉਹਦੀ ਲਾਈਫ ਦੇ ਵਿੱਚ ਖੁਸ਼ੀ ਆਉਂਦੀ ਹੈ, ਜਾਂ ਉਹਦੀ ਲਾਈਫ ਦੇ ਵਿੱਚ ਅੱਛੀਆਂ ਚੀਜ਼ਾਂ ਆਉਂਦੀਆਂ ਹੈ ਨਾ, ਤਾਂ ਉਦੋਂ ਉਹ ਐ ਨਹੀਂ ਹੈ ਕਿ ਜਿੱਦਾਂ ਇੱਕ ਨਾਰਮਲ ਵਿਅਕਤੀ ਕੀ ਕਰਦਾ, ਕੋਈ ਵੀ ਹਲਕੀ ਜਿਹੀ ਵੀ ਖੁਸ਼ੀ ਆਈ ਤਾਂ ਉਹਨੂੰ ਸੈਲੀਬ੍ਰੇਟ ਕਰਨਾ ਸ਼ੁਰੂ ਕਰਦਾ, ਪਾਰਟੀ ਕਰਨਾ ਸ਼ੁਰੂ ਕਰ ਦਿੰਦਾ, ਮਿਊਜ਼ਿਕ ਲਗਾ ਕੇ ਨੱਚਣਾ ਸ਼ੁਰੂ ਕਰ ਦਿੰਦਾ। ਇੱਕ ਸਥਿਤ ਪ੍ਰਗਿਆ ਵਿਅਕਤੀ ਏਦਾਂ ਨਹੀਂ ਕਰਦਾ। ਉਹ ਆਪਣੇ ਨਾਲ ਗੱਲ ਕਰਦਾ ਹੈ, ਔਰ ਆਪਣੇ ਨਾਲ ਗੱਲ ਕਰਦਾ ਹੋਇਆ ਕੀ ਬੋਲਦਾ ਹੈ? ਉਹ ਇਹ ਬੋਲਦਾ ਹੈ ਕਿ ਮੈਂ ਤੇ ਜੋ ਕਰ ਸਕਦਾ ਸੀ, ਮੈਂ ਤਾਂ ਉਹ ਆਪਣਾ ਐਫਰਟ ਕੀਤਾ, ਇਸ ਐਫਰਟ ਦਾ ਜਿਹੜਾ ਫਲ ਹੈ ਉਹ ਮੈਨੂੰ ਭਗਵਾਨ ਨੇ ਦਿੱਤਾ। ਉਹ ਉਸ ਫਲ ਦਾ ਕ੍ਰੈਡਿਟ ਆਪਣੇ ਆਪ ਨੂੰ ਨਹੀਂ ਸਮਝਦਾ। ਜਿਹੜਾ ਉਹਨੂੰ ਫਲ ਮਿਲਦਾ, ਉਸ ਫਲ ਦਾ ਕ੍ਰੈਡਿਟ ਉਹ ਕਿਹਨੂੰ ਦਿੰਦਾ ਹੈ? ਉਹ ਕ੍ਰਿਸ਼ਨਾ ਨੂੰ ਦਿੰਦਾ ਹੈ ਕਿ ਭਗਵਾਨ ਇੰਨੇ ਗ੍ਰੇਟ ਹੈ ਕਿ ਮੈਂ ਤਾਂ ਕੋਈ ਐਫਰਟ, ਕੁਝ ਖਾਸ ਐਫਰਟ ਨਹੀਂ ਕੀਤਾ, ਲੇਕਿਨ ਭਗਵਾਨ ਨੇ ਮੈਨੂੰ ਉਹਦਾ ਐਡਾ ਵਧੀਆ ਔਰ ਐਡਾ ਵੱਡਾ ਫਲ ਦਿੱਤਾ। ਇਹ ਫਰਕ ਹੈ ਇੱਕ ਨਾਰਮਲ ਵਿਅਕਤੀ ਦਾ ਔਰ ਇੱਕ ਸਥਿਤ ਪ੍ਰਗਿਆ ਵਿਅਕਤੀ ਦਾ। ਇਦਾਂ ਬੋਲਦਾ ਇੱਕ ਸਥਿਤ ਪ੍ਰਗਿਆ ਵਿਅਕਤੀ। ਉਹ ਜਦੋਂ ਉਹ ਗੱਲ ਕਰਦਾ, ਆਪਸ ਆਪਣੇ ਨਾਲ ਗੱਲ ਕਰਦਾ, ਤਾਂ ਇਸ ਤਰੀਕੇ ਨਾਲ ਚੀਨੀ ਸੇ ਆਪਾਂ ਇਸ ਲੈਵਲ ਤੱਕ ਪਹੁੰਚਣਾ ਹੈ। ਅਸੀਂ ਵੀ ਸਥਿਤ ਪ੍ਰਗਿਆ ਬਣਨਾ ਹੈ, ਔਰ ਅਸੀਂ ਸਥਿਤ ਪ੍ਰਗਿਆ ਕਿੱਦਾਂ ਬਣਾਂਗੇ? ਹਾਊ ਵੀ ਕੈਨ, ਕਿੱਦਾਂ ਬਣ ਸਕਦੇ ਆ ਆਪਾਂ ਸਥਿਤ ਪ੍ਰਗਿਆ? ਇਹਦੇ ਬਾਰੇ ਅੱਗੇ ਅਸੀਂ ਪੜਾਂਗੇ ਸਾਰਾ। ਤਾਂ ਭਗਵਾਨ ਕਹਿ ਰਹੇ ਹੈ, ਜਿਹੜਾ ਤਿੰਨਾਂ ਤਾਪਾਂ ਦੇ ਹੁੰਦੇ ਹੋਏ ਵੀ ਮਨ ਦੇ ਵਿੱਚ ਵਿਚਲਿਤ ਨਹੀਂ ਹੁੰਦਾ, ਜਾਂ ਸੁੱਖ ਦੇ ਵਿੱਚ ਪ੍ਰਸੰਨ ਨਹੀਂ ਹੁੰਦਾ, ਔਰ ਜਿਹੜਾ ਅਸਕਤੀ, ਬੈਤ ਦਾ ਕ੍ਰੋਧ ਤੋਂ ਮੁਕਤ ਹੈ, ਵह ਸਥਿਰ ਮਨ ਵਾਲਾ ਮੁਨੀ, ਉਹਨੂੰ ਅਸੀਂ ਸਥਿਰ ਮਨ ਵਾਲਾ ਮੁਨੀ ਕਹਿੰਦੇ ਹਾਂ। ਉਹ ਸਥਿਤ ਪ੍ਰਗਿਆ ਵਿਅਕਤੀ ਹੈ। ਨਾਓ ਇਟਸ ਵੈਰੀ ਟਫ। ਵੀਤ ਰਾਗ ਭਇਆ ਕ੍ਰੋਧਾ, ਵੀਤ ਇਟਸ ਨॉट ਅਟੈਚ ਨਹੀਂ ਹੈ, ਵੀਤ ਵਾਲਾ ਅਟੈਚ ਨਹੀਂ, ਕਿਹਦੇ ਤੋਂ ਅਟੈਚ ਨਹੀਂ ਹੈ? ਵੀਤ ਰਾਗ ਭਇਆ ਕ੍ਰੋਧਾ, ਰਾਗ ਅਸक्त नहीं है किसी नाल भी, डरदा नहीं है, और क्रोध नहीं करता है। तात्पर्य प्रभुपाद तात्पर्य पढ़ांगे। तात्पर्य प्रभुपाद लिख रहे हैं, सिद्धि मुनि सदैव कृष्ण भावना भावित रहता है, क्योंकि वह सारा सृजनात्मक चिंतन पूरा कर चुका होता है। प्रभुपाद कह रहे हैं कि जिन्ने भी मुनि, उन्होंने सारे मुनियों के विचों टॉप मोस्ट मुनि जिहड़ा है वो डिवोटी है, क्योंकि वो हर तरह की जो भी मेंटल स्पैकुलेशन है वो तो ऊपर उठ चुका होंगे, और शास्त्रों के अकॉर्डिंग जिहड़ा वो कार्यरत कर रहा होंगे, गुरु के निर्देशों चल रहा होंगे। वह प्रशांत निशेष मनोरथांतर कहलाता है, या जिसके शुष्क चिंतन की अवस्था पार कर ली है, जिन्हें मेंटल स्पेकुलेशन पार कर लिया होंगे, वो स्थित प्रज्ञ कहलाता है। और वो इस निष्कर्ष पे पहुंचता है कि भगवान कृष्ण या वासुदेव ही सब कुछ है। वासुदेवा सर्वमिति साम आत्मा सुदुर्लभा। आगे से पढ़ांगे भगवद गीता जितना आगे जाएगी, ऐसे श्लोकां दे उत्ते पहुंचांगे कि वासुदेव सर्वमिति साम आत्मा सुदुर्लभा। ਇਹੋ ਜਿਹਾ ਵਿਅਕਤੀ ਲੱਭਣਾ ਜਿਹੜਾ ਸਾਰਾ ਕ੍ਰੈਡਿਟ ਭਗਵਾਨ ਨੂੰ ਦੇ ਕਿ ਮੇਰੀ ਲਾਈਫ ਦੇ ਵਿੱਚ ਜੋ ਵੀ ਹੋ ਰਿਹਾ ਉਹ ਕ੍ਰਿਸ਼ਨਾ ਦੇ ਕਾਰਨ ਹੀ ਹੋ ਰਿਹਾ, ਭਗਵਾਨ ਦੇ ਕਾਰਨ ਹੋ ਰਿਹਾ।
भगवान ਨੂੰ ਕ੍ਰੈਡਿਟ ਦੇ ਰਿਹਾ ਕਿ ਸਭ ਕੁਝ ਕਰਨ ਵਾਲੇ ਭਗਵਾਨ ਹੈ। ਦੁੱਖ ਆ ਰਿਹਾ ਤਾਂ ਉਹ ਡਿਸਟਰਬ ਨਹੀਂ ਹੋ ਰਿਹਾ, ਸੁੱਖ ਆ ਰਿਹਾ ਤਾਂ ਵੀ ਉਹ ਡਿਸਟਰਬ ਨਹੀਂ ਹੋ ਰਿਹਾ, मतलब ਇੰਨਾ ਜ਼ਿਆਦਾ ਖੁਸ਼ ਨਹੀਂ ਹੋ ਰਿਹਾ, ਉਹ ਸਥਿਤ ਪ੍ਰਗਯ ਹੈ। ਐਸਾ ਵਿਅਕਤੀ ਸਥਿਤ ਪ੍ਰਗਯ, ਐਸਾ ਵਿਅਕਤੀ ਭਗਵਾਨ ਸਾਨੂੰ ਕਹਿੰਦੇ ਕਿ ਭਗਵਾਨ ਕਹਿੰਦੇ ਤੁਸੀਂ ਐਦਾਂ ਦੇ ਵਿਅਕਤੀ ਬਣਨਾ ਹੈ। ਬਟ ਪੁਆਇੰਟ ਹੈ ਕਿ ਅਸੀਂ ਜਦੋਂ ਦੁੱਖ ਆਉਂਦਾ ਤਾਂ ਅਸੀਂ ਡਰ ਜਾਂਦੇ ਆ, ਹੈਨਾ, ਔਰ ਅਸੀਂ ਸਟ੍ਰੈਸ ਚ ਆ ਜਾਂਦੇ ਆ, ਰੋਨੇ ਆ। ਜਦੋਂ ਸੁੱਖ ਆ ਜਾਂਦਾ ਸਭ ਕੁਝ ਭੁੱਲ ਜਾਂਦੇ ਆ ਔਰ ਫਿਰ ਖੁਸ਼ੀ ਖੁਸ਼ੀ ਸੈਲੀਬ੍ਰੇਟ ਕਰਦੇ ਆ। ਐਦਾਂ ਕਿਉਂ ਹੋ ਰਿਹਾ? ਐਦਾਂ ਐਕਚੁਅਲੀ ਕੀ ਹੈ, ਸੋਲ ਦੀ ਇੰਟ੍ਰਿੰਸਿਕ ਕੁਆਲਿਟੀ ਹੈ, ਸੋਲ ਦੇ ਗੁਣ ਹੈ। ਇਹ ਸੋਲ ਕੋਲ ਇਹ ਗੁਣ ਹੈ। ਸੋਲ ਡਰਦਾ ਨਹੀਂ ਹੈ, ਸੋਲ ਜਿਹੜਾ ਹੈ ਕ੍ਰੋਧ ਨਹੀਂ ਕਰਦਾ, ਸੋਲ ਦੇ ਵਿੱਚ ਮਤਲਬ ਡਰ ਨਹੀਂ ਹੈ, ਇਹ ਸਭ ਚੀਜ਼ਾਂ ਨਹੀਂ ਹੈਗੀਆਂ। ਬਟ ਅਸੀਂ ਕੰਟੈਮੀਨੇਟ ਹੋ ਚੁੱਕੇ ਹਾਂ, ਸਾਡਾ ਜਿਹੜਾ ਮਨ ਹੈ ਉਹ ਇਸ ਮਾਇਆ ਜਗਤ ਦੇ ਦੁਆਰਾ ਅਸਕਤ ਹੋ ਚੁੱਕਿਆ ਹੈ, ਇਹਦੇ ਵੱਲ ਲੱਗ ਚੁੱਕਿਆ ਹੈ। ਇਸ ਕਰਕੇ ਅਸੀਂ ਜਿਹੜੇ ਆ ਸਥਿਤ ਪ੍ਰਗਯ ਨਹੀਂ ਆ। ਅਸੀਂ ਜਦੋਂ ਦੁੱਖ ਆਂਦਾ ਅਸੀਂ ਡੋਲ ਜਾਂਦੇ ਆ, ਜਦੋਂ ਸੁੱਖ ਆਂਦਾ ਤਾਂ ਅਸੀਂ ਬੜਾ ਉਹਨੂੰ ਖੁਸ਼ੀ ਖੁਸ਼ੀ ਸੈਲੀਬ੍ਰੇਟ ਕਰਦੇ ਆ। ਬਟ ਭਗਵਾਨ ਕੀ ਕਹਿ ਰਿਹਾ? ਭਗਵਾਨ ਕਹਿ ਰਿਹਾ ਕਿ ऐदा नहीं होना चाहिए, you should not be like this, you should be स्थित प्रज्ञ। स्थित प्रज्ञ मतलब कि डिस्टर्ब नहीं होना चाहिए। ऐसा कृष्ण भावना भावित व्यक्ति तीनों तापों के संघात से तनिक भी विचलित नहीं होता, क्योंकि वह इन कष्टों को भगवत कृपा के रूप में लेता है और पूर्व पापों के कारण अपने को अधिक कष्ट के लिए योग्य मानता है, और वह देखता है कि उसके सारे दुख भगवत कृपा से रंच मात्र रह जाते हैं। तो प्रभुपाद जी कह रहे हैं, प्रभुपाद कह रहे हैं कि ਉਹ ਦੁੱਖ ਆ ਰਿਹਾ ਹੈ ਤਾਂ ਉਹ ਵੀ ਮਤਲਬ ਭਗਵਾਨ ਨੂੰ ਹੀ ਉਹਦਾ ਕ੍ਰੈਡਿਟ ਦੇ ਰਿਹਾ ਕਿ ਕ੍ਰਿਸ਼ਨਾ ਜਿਹੜੇ ਆ ਉਹ ਐਡੇ ਵੱਡੇ ਦੁੱਖ ਨੂੰ ਛੋਟਾ ਕਰਕੇ ਮੈਨੂੰ ਦੇ ਰਿਹਾ। ਸੁੱਖ ਆ ਰਿਹਾ ਤਾਂ ਉਹ ਕਹਿ ਰਿਹਾ ਕਿ ਮੈਂ ਕੁਝ ਵੀ ਨਹੀਂ ਕੀਤਾ, ਮੈਂ ਤਾਂ ਕਿ ਨਿਮਿਤ ਮਾਤਰਾ, मैं तो सिर्फ अपना कर्तव्य पालन किया और भगवान उस चीज का मैनू इतना बड़ा क्रेडिट दे रहे। इस प्रकार जब वह सुखी होता है तो अपने को सुख के लिए योग्य मानकर इसका भी श्रेय भगवान को देता है। वह सोचता है कि भगवत कृपा से ही वह ऐसी सुखद स्थिति में है और भगवान की सेवा और अच्छी तरह से कर सकता है, और भगवान की सेवा के लिए तो वह सदैव साहस करने के लिए सद्दत रहता है। वह राग या विराग से प्रभावित नहीं होता। राग का अर्थ है अपनी इंद्रिय तृप्ति के लिए वस्तुओं को ग्रहण करना, और विराग का अर्थ है ऐसी इंद्रिय आसक्ति का अभाव। ਜਿਹੜਾ ਕ੍ਰਿਸ਼ਨ ਭਾਵਨਾ ਭਾਵਿਤ ਵਿਅਕਤੀ ਹੁੰਦਾ, ਸਥਿਤ ਪ੍ਰਗਯ ਹੁੰਦਾ, ਉਹਨੂੰ ਪਤਾ ਹੁੰਦਾ ਕਿ ਕਿਹੜੀ ਚੀਜ਼ ਨੂੰ ਯੂਜ਼ ਕਰਨਾ ਔਰ ਕਿਹੜੀ ਚੀਜ਼ ਨੂੰ ਯੂਜ਼ ਨਹੀਂ ਕਰਨਾ। ਜਿਹੜੀ ਚੀਜ਼ ਭਗਤੀ ਵਧਾ ਰਹੀ ਹੈ ਉਸ ਚੀਜ਼ ਨੂੰ ਆਪਣੀ ਲਾਈਫ ਦੇ ਵਿੱਚ ਐਕਸੈਪਟ ਕਰਨਾ, ਜਿਹੜੀ ਚੀਜ਼ ਨਾਲ ਭਗਤੀ ਡਿਸਟਰਬ ਹੋ ਰਹੀ ਹੈ ਉਸ ਚੀਜ਼ ਨੂੰ ਛੱਡਣਾ। ਇਹੀ ਅਸਲ ਦੇ ਵਿੱਚ ਇੱਕ ਸਥਿਤ ਪ੍ਰਗਯ ਵਿਅਕਤੀ ਦਾ ਕਾਰਜ ਹੈ। ਉਹ ਨਾ ਤਾਂ ਰਾਗੀ ਹੁੰਦਾ ਨਾ ਹੀ ਵਿਰਾਗੀ ਹੁੰਦਾ। He is not ragi, not viragi. He is ਉਹ ਜਿਹੜਾ ਵਿਅਕਤੀ ਹੈ ਉਹ ਇਨ ਬਿਟਵੀਨ ਹੈ। ਇਨ ਬਿਟਵੀਨ ਦਾ ਮਤਲਬ ਜਿਹੜੀ ਚੀਜ਼ ਭਗਤੀ ਲਈ ਜ਼ਰੂਰੀ ਹੈ ਉਹ ਕਰਦਾ, ਜਿਹੜੀ ਚੀਜ਼ ਭਗਤੀ ਲਈ ਨਹੀਂ ਜ਼ਰੂਰੀ ਉਹਨੂੰ ਛੱਡ ਦਿੰਦਾ। फलता सारे प्रयास असफल रहने पर भी वह क्रोध नहीं होता। अब पॉइंट ਇਹ ਹੈ ਕਿ ਜਿਹੜਾ ਕ੍ਰਿਸ਼ਨ ਭਾਵਨਾ ਭਾਵਿਤ ਵਿਅਕਤੀ ਹੁੰਦਾ ਉਹ ਜਦੋਂ ਭਗਤੀ ਦੇ ਵਿੱਚ, ਜਿੱਦਾਂ ਮੰਨ ਲਓ ਅਸੀਂ ਭਗਤੀ ਦੇ ਵਿੱਚ ਕੋਈ ਕਾਰਜ ਕਰਦੇ ਹਾਂ ਨਾ, ਅਸੀਂ ਚੈਂਟਿੰਗ ਕਰਦੇ ਹਾਂ, ਲੈਟਸ ਸਪੋਜ਼ ਅਸੀਂ ਚੈਂਟਿੰਗ ਕਰਦੇ ਹਾਂ, ਤਾਂ ਚੈਂਟਿੰਗ ਕਰਦੇ ਹਾਂ ਤਾਂ ਚੈਂਟਿੰਗ ਕਰਨ ਸਾਡਾ ਮਨ ਨਹੀਂ ਲੱਗਦਾ, ਚੈਂਟਿੰਗ ਦੇ ਵਿੱਚ ਕਿਸੇ ਦਾ ਵੀ ਮਨ ਨਹੀਂ ਲੱਗਦਾ। ਅਸੀਂ ਇੰਨੇ ਪਿਓਰ ਸੋਲ ਤਾਂ ਨਹੀਂ ਕਿ ਸਾਡਾ ਮਨ ਲੱਗ ਜਾਏ ਚੈਂਟਿੰਗ। ਥੋੜਾ ਲੱਗੇਗਾ, ਥੋੜਾ ਡਿਸਟਰਬ ਹੋਏਗਾ, ਥੋੜਾ ਲੱਗੇਗਾ, ਥੋੜਾ ਡਿਸਟਰਬ ਹੋਏਗਾ, ਥੋੜਾ ਲੱਗੇਗਾ, ਥੋੜਾ ਡਿਸਟਰਬ ਹੋਏਗਾ। ਜਿਹੜਾ ਸਥਿਤ ਪ੍ਰਗਯ ਵਿਅਕਤੀ ਹੈ ਉਹ ਜਿਹੜਾ ਸਥਿਤ ਪ੍ਰਗਯ ਬਣਨ ਦੀ ਕੋਸ਼ਿਸ਼ ਕਰ ਰਿਹਾ ਉਹ ਡਿਸਟਰਬ ਨਹੀਂ ਹੋਊਗਾ। ਉਹਨੂੰ ਪਤਾ ਹੈ ਕਿ ਮੈਂ ਮਨ ਨਹੀਂ ਹਾਂ, ਮੈਂ ਆਤਮਾ। ਆਤਮਾ ਦਾ ਕੰਮ ਹੈ, ਆਤਮਾ ਦਾ ਕੰਮ ਹੀ ਹੈ ਭਗਵਾਨ ਦੀ ਸੇਵਾ ਕਰਨਾ। ਜੇ ਮੇਰਾ ਮਨ ਨਹੀਂ ਲੱਗ ਰਿਹਾ ਦੈਟਸ ਓਕੇ, ਆਤਮਾ ਦਾ ਕੰਮ ਹੈ ਸੇਵਾ ਕਰਨਾ, ਤਾਂ ਮੈਂ ਸੇਵਾ ਕਰਨੀ ਹੈ। ਦਿਲ ਕਰ ਰਿਹਾ ਚਾਹੇ ਨਹੀਂ ਕਰ ਰਿਹਾ ਉਹ ਕਰੇਗਾ ਜ਼ਰੂਰ, ਆਪਣੇ ਨਾਲ ਗੱਲ ਕਰੇਗਾ। ਹੀ ਟਾਕਸ ਵਿਦ ਹਿਮਸੈਲਫ, ਆਪਣੇ ਨਾਲ ਗੱਲ ਕਰਦਾ ਹੈ। ਜਿਹੜਾ ਸਥਿਤ ਪ੍ਰਗਯ ਵਿਅਕਤੀ ਉਹ ਆਪਣੇ ਨਾਲ ਗੱਲ ਕਰਦਾ ਹੈ ਔਰ ਕਹਿੰਦਾ ਹੈ ਕਿ ਮੇਰਾ ਮਨ ਲੱਗੇ ਚਾਹੇ ਨਾ ਲੱਗੇ, it doesn't matter। मैटर की करता है कि मैं भगवान की सेवा करनी है, ये मैटर करता है। और इस तरह वो अपने नाल बोलता है। इस तरह एक स्थित प्रज्ञ व्यक्ति की बोली जिहड़ी है वो इस तरीके की होंदी है। चाहे विजय हो या ना हो, कृष्ण भावना भावित व्यक्ति अपने संकल्प का पक्का होता है। फॉर एग्जाम्पल ਅਸੀਂ कोई सेवा कर रहे हैं भगवान की, उस सेवा ਦੇ ਵਿੱਚ ਅਸੀਂ सक्सेस ਹੁੰਨੇ ਆ ਜਾਂ ਨਹੀਂ ਹੁੰਦੇ ਇੱਕ ਸੈਕੰਡਰੀ ਚੀਜ਼ ਹੈ। ਅਸੀਂ ਆਪਣਾ ਐਫਰਟ ਕਰਤਾ, ਅਸੀਂ ਉਹ ਚ ਵਿਜੇ ਹੋਈਏ ਜਾਂ ਨਹੀਂ ਵਿਜੇ ਹੋਵਾਂਗੇ। ਜਿਹੜਾ ਸਥਿਤ ਪ੍ਰਗਯ ਵਿਅਕਤੀ ਹੁੰਦਾ ਜਦੋਂ ਵਿਜੇ ਹੋ ਜਾਂਦਾ ਤਾਂ ਉਹ ਕ੍ਰੈਡਿਟ ਕਿਹਨੂੰ ਦਿੰਦਾ ਹੈ? ਕ੍ਰਿਸ਼ਨਾ ਨੂੰ। ਕਹਿੰਦਾ ਕ੍ਰਿਸ਼ਨਾ ਯੂ ਆਰ ਦਾ, ਤੁਸੀਂ ਉਹ ਮੇਨ ਜਿਨ੍ਹਾਂ ਨੇ ਮਤਲਬ ਕਿ ਮੈਨੂੰ, ਜਿਨ੍ਹਾਂ ਨੇ ਇਹ ਕੰਮ ਨੂੰ ਸਫਲ ਕੀਤਾ। ਔਰ ਜਦੋਂ ਵਿਅਕਤੀ ਜਿਹੜਾ ਆ ਉਹ ਅਸਫਲ ਹੋ ਜਾਂਦਾ ਤਾਂ ਵੀ ਉਹ ਕਹਿੰਦਾ ਕਿ ਭਗਵਾਨ ਮੈਂ ਤਾਂ ਸਿਰਫ ਇੱਕ ਨਿਮਿਤ ਮਾਤਰਾ, ਤੁਹਾਡੀ ਇੱਛਾ ਹੋਏਗੀ ਤਾਂ ਕੰਮ ਹੋ ਜਾਏਗਾ, ਨਹੀਂ ਇੱਛਾ ਹੋਏਗੀ ਤਾਂ ਨਹੀਂ ਹੋਏਗਾ। ਬਿਕੋਜ਼ ਅਲਟੀਮੇਟਲੀ ਕ੍ਰਿਸ਼ਨਾ ਇਜ਼ ਕੰਟਰੋਲਿੰਗ। ਤਾਂ ਸਥਿਤ ਪ੍ਰਗਯ ਵਿਅਕਤੀ ਪੂਰਾ ਐਫਰਟ ਕਰਦਾ ਆਪਣੇ ਵੱਲੋਂ, ਉਹ ਸਕਸੈਸ ਹੁੰਦਾ ਹੈ ਚੀਜ਼ ਜਾਂ ਨਹੀਂ ਹੁੰਦਾ, ਇਟ ਡਸਨਟ, ਉਸ ਲਈ ਇਹ ਮੈਟਰ ਨਹੀਂ ਕਰਦਾ। शिला प्रभुपाद किन्नी 70 साल की उम्र में प्रभुपाद जी अमेरिका गए और प्रभुपाद जी ने इतनी बड़ी प्रीचिंग की थी, है ना। प्रभुपाद स्थित प्रज्ञ है, प्रभुपाद कई लोगों ने मिलते सीगे,
ਕੁਝ ਉਹਨਾਂ ਦੀ ਲੋਕ ਗੱਲ ਸੁਣਦੇ ਸੀ, ਕੁਝ ਉਹਨਾਂ ਦੀ ਗੱਲ ਨਹੀਂ ਸੀ ਸੁਣਦੇ, ਕੁਝ ਉਹਨਾਂ ਨੂੰ ਸੀਰੀਅਸ ਲੈਂਦੇ ਸੀ, ਕੁਝ ਉਹਨਾਂ ਨੂੰ ਸੀਰੀਅਸ ਨਹੀਂ ਸੀ ਲੈਂਦੇ। ਪ੍ਰਭੂਪਾਦ ਵਾਸ ਸਿੱਧ ਪ੍ਰਗਯ, ਪ੍ਰਭੂਪਾਦ ਨੂੰ ਕੋਈ ਸਟ੍ਰੈਸ ਨਹੀਂ ਹੋਈ, ਕਈਆਂ ਨੇ ਗੱਲ ਮੰਨੀ, ਕਈਆਂ ਨੇ ਨਹੀਂ ਮੰਨੀ। ਪ੍ਰਭੂਪਾਦ ਨੋ ਦਿਸ, ਕੁਝ ਮੰਨਣਗੇ, ਕੁਝ ਨਹੀਂ ਮੰਨਣਗੇ, ਬਿਕੋਜ਼ ਹੀ ਸਥਿਤ ਪ੍ਰਗਯ। ਤਾਂ ਇਹੀ ਗੱਲ ਭਗਵਾਨ ਇੱਥੇ ਕਹਿ ਰਿਹਾ ਕਿ ਜਿਹੜਾ ਤਿੰਨ ਤਾਪ, ਇਟਸ ਵੈਰੀ ਬਿਗ ਥਿੰਗ, ਬੜੀ ਵੱਡੀ ਚੀਜ਼ ਹੈ। ਸਾਡੇ ਘਰ ਦੇ ਵਿੱਚ, ਫੈਮਿਲੀ ਦੇ ਵਿੱਚ ਹੀ ਕਈ ਚੀਜ਼ਾਂ ਇਹੋ ਜਿਹੀਆਂ ਹੋ ਜਾਂਦੀਆਂ, ਟਰਬਲਸਮ ਚੀਜ਼ਾਂ ਹੋ ਜਾਂਦੀਆਂ, ਵਾਈਫ ਨਾਲ ਲੜਾਈ ਹੋ ਗਈ, ਹਸਬੈਂਡ ਦੀ ਲੜਾਈ ਹੋ ਗਈ, ਬੱਚੇ ਪਰੇਸ਼ਾਨ ਕਰ ਰਹੇ ਆ, ਤਾਂ ਇਹ ਸਾਰੇ ਤਾਪ ਹੈ। ਇਹ ਸਾਰੇ ਤਾਪ ਕਿਉਂ ਮਿਲ ਰਹੇ ਸਾਨੂੰ? ਪਿਛਲੇ ਜਨਮਾਂ ਦੇ ਕਰਮਾਂ ਕਰਕੇ ਮਿਲ ਰਹੇ। ਕਈ ਵਾਰ ਏਦਾਂ ਹੁੰਦਾ ਹੈ ਕਿ ਸਡਨਲੀ ਕੁਝ ਬੱਚੇ ਆਪਣੇ ਪੇਰੈਂਟਸ ਨੂੰ ਇੰਨਾ ਜ਼ਿਆਦਾ ਤੰਗ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਬਹੁਤ ਬੁਰੀ ਹਾਲਤ ਕਰ ਦਿੰਦੇ ਆ। ਐਜ਼ ਮੈਂ ਟੀਚਿੰਗ ਪ੍ਰੋਫੈਸ਼ਨ ਚ, ਮੈਨੂੰ ਪਤਾ ਹੈ ਬੱਚੇ ਕਿੰਨਾ ਤੰਗ ਕਰਦੇ ਆਪਣੇ ਪੇਰੈਂਟਸ ਨੂੰ। ਜਾਂ ਕਈ ਵਾਰੀ ਘਰ ਦੇ ਵਿੱਚ ਕੋਈ ਟ੍ਰੈਜੇਡੀ ਹੋ ਜਾਂਦੀ ਹੈ ਨਾ, ਫॉर एग्जांपल ਵਾਈਫ ਦੀ ਡੈਥ ਹੋ ਗਈ ਜਾਂ ਹਸਬੈਂਡ ਦੀ ਡੈਥ ਹੋ ਗਈ, ਔਰ ਆਲ ਆਫ ਅ ਸਡਨ ਵੀ ਆਰ ਸਟਕ, ਅਸੀਂ ਸਟਕ ਹੋ ਜਾਂਦੇ ਹਾਂ ਉੱਥੇ, ਹਨਾ। ਬਸ ਅਸੀਂ ਸਟਕ ਨਹੀਂ ਹੋਣਾ, ਅਸੀਂ ਭਗਵਾਨ ਦੀ ਸ਼ਰਨ ਲੈਣੀ ਹੈ, ਭਗਵਾਨ ਦੀ ਸ਼ਰਨ ਦੇ ਵਿੱਚ ਜਾਣਾ। ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਸੰਸਾਰ ਟੈਂਪਰਰੀ ਹੈ, ਇੱਥੇ ਕੋਈ ਵੀ ਚੀਜ਼ ਪਰਮਾਨੈਂਟ ਹੈ ਹੀ ਨਹੀਂ। ਕਿੰਨੇ ਸਾਲ ਜੀ ਲਾਂਗੇ ਆਪਾਂ 20 ਸਾਲ ਹੋਰ ਜੀ ਲਾਂਗੇ, 10 ਸਾਲ ਜੀ ਲਾਂਗੇ, 5 ਸਾਲ ਜੀ ਲਾਂਗੇ, 2 ਸਾਲ ਜੀ ਲਾਂਗੇ, ਵੀ ਡੋਂਟ, ਸਾਨੂੰ ਨਹੀਂ ਪਤਾ ਸਾਡੀ ਉਮਰ ਕਿੰਨੀ ਹੈ। ਸੋ ਸਾਨੂੰ ਅਲਟੀਮੇਟਲੀ ਭਗਵਾਨ ਦੀ ਸ਼ਰਨ ਲੈਣੀ ਪਏਗੀ, ਅਦਰਵਾਈਜ਼ ਕੋਈ ਰਸਤਾ ਨਹੀਂ ਹੈ। ਸੰਸਾਰ ਜਿਹੜਾ ਡਿਜ਼ਾਈਨ ਹੀ ਇਸ ਤਰੀਕੇ ਨਾਲ ਕੀਤਾ ਗਿਆ ਕਿ ਸਟ੍ਰੈਸ ਹੀ ਸਟ੍ਰੈਸ ਦਿੱਤੀ ਜਾਏ, ਜੀਵਾਤਮਾ ਨੂੰ ਪਰੇਸ਼ਾਨ ਹੀ ਪਰੇਸ਼ਾਨ ਕੀਤਾ ਜਾਏ, ਕਿ ਜੀਵਾਤਮਾ ਨੂੰ ਪਰੇਸ਼ਾਨ ਕਰਨ ਵਾਸਤੇ ਹੀ ਸੰਸਾਰ ਬਣਿਆ ਹੋਇਆ, ਕਿ ਅਲਟੀਮੇਟਲੀ ਜੀਵਾਤਮਾ ਜਿਹੜਾ ਆ ਉਹ ਇਸ ਸੰਸਾਰ ਤੋਂ ਦੁਖੀ ਹੋ ਕਰਕੇ ਭਗਵਾਨ ਦੀ ਸ਼ਰਨ ਤੇ ਚਲਾ ਗਿਆ। ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ। ਜਿਹੜਾ ਤਿੰਨ ਤਾਪਾਂ ਦੇ ਹੋਣ ਤੇ ਵੀ ਮਨ ਦੇ ਵਿੱਚ ਵਿਚਲਿਤ ਨਹੀਂ ਹੁੰਦਾ, ਜਿਹੜਾ ਸੁੱਖ ਦੇ ਵਿੱਚ ਪ੍ਰਸੰਨ ਨਹੀਂ ਹੁੰਦਾ, ਜਿਹੜਾ ਅਸਕਤੀ, ਭੈ ਤੇ ਕ੍ਰੋਧ ਤੋਂ ਮੁਕਤ ਆ, ਉਹ ਸਥਿਰ ਮਨ ਵਾਲਾ ਮੁਨੀ ਕਹਿੰਦਾ। ਇਹੋ ਜਿਹੇ ਵਿਅਕਤੀ ਨੂੰ ਸਥਿਤ ਪ੍ਰਗਯ ਕਿਹਾ ਜਾਂਦਾ। ਭਗਵਾਨ ਨੇ ਆਨਸਰ ਕੀਤਾ ਅਰਜੁਨ ਦੇ ਕੁਐਸਚਨ ਦਾ। ਅਰਜੁਨ ਨੇ ਪੁੱਛਿਆ ਕਿ ਉਹ ਵਿਅਕਤੀ ਕਿੱਦਾਂ ਬੋਲਦਾ ਹੈ। ਕ੍ਰਿਸ਼ਨਾ ਆਨਸਰਡ ਕਿ ਉਹ ਇਸ ਤਰ੍ਹਾਂ ਬੋਲਦਾ ਹੈ, ਉਹ ਆਪਣੇ ਨਾਲ ਸੈਲਫ ਟਾਕ ਜਿਹੜੀ ਕਰਦਾ ਉਹ ਇਸ ਤਰ੍ਹਾਂ ਕਰਦਾ, ਆਪਣੇ ਆਪ ਨੂੰ ਕ੍ਰੈਡਿਟ ਨਹੀਂ ਮੰਨਦਾ, ਜਾਂ ਉਹ ਕੋਈ ਦੁੱਖ ਆ ਰਿਹਾ ਤਾਂ ਉਸ ਵੇਲੇ ਡਿਸਟਰਬ ਨਹੀਂ ਹੁੰਦਾ, ਉਹ ਹਰ ਚੀਜ਼ ਮੇਰੇ ਉੱਪਰ ਛੱਡ ਦਿੰਦਾ। ਅਗਲੇ ਸ਼ਲੋਕ ਚ ਭਗਵਾਨ ਕੀ ਕਹਿ ਰਿਹਾ ਹੈ? अगले श्लोक भगवान कह रहे हैं, या सर्वत्र न अभिस्त्रेह तत् तत् प्राप्य शुभा अशुभम न अभिनंदन्ति न द्वेष्टि तस्य प्रज्ञा प्रतिष्ठिता। तात्पर्य श्रील प्रभुपाद द्वारा, इस भौतिक जगत में जो व्यक्ति ना तो शुभ की प्राप्ति से हर्षित होता है और ना अशुभ के प्राप्त होने पर उससे घृणा करता है, वह पूर्ण ज्ञान में स्थिर होता है। मतलब की है, ਜਿਹੜਾ ਵਿਅਕਤੀ ਇਸ ਭੌਤਿਕ ਜਗਤ ਦੇ ਵਿੱਚ ਨਾ ਤੇ ਸ਼ੁਭ, ਜਦੋਂ ਕੋਈ ਚੰਗੀ ਚੀਜ਼ ਮਿਲਦੀ ਹੈ ਤਾਂ ਉਹ ਬਹੁਤ ਜ਼ਿਆਦਾ ਖੁਸ਼ ਨਹੀਂ ਹੁੰਦਾ, ਜਦੋਂ ਉਹਨਾਂ ਕੋਈ ਮਾੜੀ ਘਟਨਾ ਹੁੰਦੀ ਹੈ ਤਾਂ ਉਸ ਨਾਲ ਘृणा ਨਹੀਂ ਕਰਦਾ। ਐਸਾ ਵਿਅਕਤੀ ਜਿਹੜਾ ਉਹ ਪੂਰਨ ਗਿਆਨ ਦੇ ਵਿੱਚ ਸਥਿਰ ਹੁੰਦਾ ਹੈ। ਫੋਰ ਐਗਜ਼ਾਮਪਲ, ਜਦੋਂ ਸਾਡੀ ਲਾਟਰੀ ਲੱਗ ਗਈ ਤਾਂ ਅਸੀਂ ਇੱਕਦਮ ਬੜੇ ਖੁਸ਼ ਹੋ ਜਾਂਦੇ ਆ ਨਾ, ਉਹ ਕਿੰਨਾ ਵਧੀਆ ਹੋ ਗਿਆ, ਮੇਰੇ ਕੋਲ ਇੰਨੇ ਪੈਸੇ ਆ ਗਏ, ਵੀ ਆਰ ਸੋ ਹੈਪੀ। ਸਥਿਤ ਪ੍ਰਗਯ ਵਿਅਕਤੀ ਇਦਾਂ ਨਹੀਂ ਕਰਦਾ। ਜਾਂ ਉਹਦੀ ਲਾਈਫ ਚ, ਤੁਹਾਡੀ ਲਾਈਫ ਚ ਕੋਈ ਇਹੋ ਜਿਹੀ ਟ੍ਰੈਜੇਡੀ ਆ ਗਈ, ਕਿਉਂਕਿ ਲਾਈਫ ਪ੍ਰਭੂਪਾਦ ਇੱਥੇ ਲਿਖ ਰਹੇ ਆ, ਪ੍ਰਭੂਪਾਦ ਕਹਿ ਰਹੇ ਕਿ ਪਹਿਲੀ ਲਾਈਨ ਹੀ ਹੈ ਲਿਖ ਰਹੇ ਪ੍ਰਭੂਪਾਦ, ਭੌਤਿਕ ਜਗਤ ਦੇ ਵਿੱਚ ਸਦਾ ਕੁਝ ਨਾ ਕੁਝ ਉਥਲ ਪੁਥਲ ਹੁੰਦੀ ਰਹਿੰਦੀ ਹੈ। ਇਹ ਸੰਸਾਰ ਬਣਿਆ ਹੀ ਇਦਾਂ ਹੈ ਕਿ ਇੱਥੇ ਕੁਝ ਨਾ ਕੁਝ ਹੁੰਦਾ ਹੀ ਰਹਿਣਾ, ਤੁਸੀਂ ਪਰੇਸ਼ਾਨ ਹੀ ਰਹੋਗੇ, ਸੁਖੀ ਨਹੀਂ ਹੋ ਸਕਦੇ ਸੰਸਾਰ ਦੇ ਵਿੱਚ। ਉਹਦਾ ਪਰਿਣਾਮ ਚਾਹੇ ਅੱਛਾ ਹੋਏ ਚਾਹੇ ਬੁਰਾ ਹੈ। ਪ੍ਰਭੂਪਾਦ ਕਹਿੰਦੇ ਆ ਉਥਲ ਪੁਥਲ ਹੁੰਦੀ ਰਹੇਗੀ ਲਾਈਫ ਦੇ ਵਿੱਚ। ਇਟਸ ਲਾਈਕ ਵਰਲਪੂਲ, ਕਦੀ ਤੁਸੀਂ ਉੱਪਰ ਆਓਗੇ, ਕਦੀ ਤੁਸੀਂ ਨੀਚੇ ਜਾਓਗੇ, ਕਦੀ ਤੁਸੀਂ ਉੱਪਰ ਆਓਗੇ, ਕਦੀ ਤੁਸੀਂ ਨੀਚੇ ਜਾਓਗੇ। ਮਤਲਬ ਕਦੀ ਸਾਡੀ ਲਾਈਫ ਜਿਹੜੀ ਆ ਉਹ ਸੌਖੀ ਹੋ ਜਾਏਗੀ, ਕਦੀ ਸਾਡੀ ਲਾਈਫ ਜਿਹੜੀ ਆ ਔਖੀ ਹੋ ਜਾਏਗੀ। ਲਾਈਫ ਦੇ ਵਿੱਚ ਪ੍ਰੋਬਲਮਸ ਆ ਜਾਣਗੀਆਂ, ਕਈ ਵਾਰ ਲਾਈਫ ਜਿਹੜੀ ਈਜ਼ੀ ਹੋ ਜਾਏਗੀ। ਜਿਹੜਾ ਐਸੀ ਉਥਲ ਪੁਥਲ ਚ ਵਿਚਲਿਤ ਨਹੀਂ ਹੁੰਦਾ, ਜਿਹੜਾ ਚੰਗੇ ਜਾਂ ਬੁਰੇ ਤੋਂ ਪ੍ਰਭਾਵਿਤ ਨਹੀਂ ਹੁੰਦਾ, ਉਹਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੇ ਵਿੱਚ ਸਥਿਰ ਸਮਝਣਾ ਚਾਹੀਦਾ ਹੈ। ਜਦੋਂ ਮਨੁੱਖ ਇਸ ਭੌਤਿਕ ਸੰਸਾਰ ਦੇ ਵਿੱਚ ਹੈ ਤਾਂ ਅੱਛਾਈ ਜਾਂ ਬੁਰਾਈ ਦੀ ਸੰਭਾਵਨਾ ਰਹੇਗੀ, ਕਿਉਂਕਿ ਇਹ ਸੰਸਾਰ द्वंद्वों से पूर्ण है। श्रील प्रभुपाद लिख रहे हैं कि संसार ਜਿਹੜਾ ਉਹ ਡੁਅਲਿਟੀਜ਼ ਹੈ ਸੰਸਾਰ ਦੇ ਵਿੱਚ। नेचर लव्स सिमेट्री, नेचर लव्स सिमेट्री, इट्स अ बिग, एक बड़ा ਵੱਡਾ ਲਾ ਆ। ਅਸੀਂ ਫਿਜ਼ਿਕਸ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਨੇਚਰ ਦੇ ਵਿੱਚ ਸਿਮੈਟਰੀ ਹੈ, ਜਾਂ ਅਸੀਂ ਆਮ ਦੇਖਦੇ ਹਾਂ ਕਿ ਦਿਨ ਹੈ ਤੇ ਰਾਤ ਹੈ, ਸੁੱਖ ਹੈ ਤੇ ਦੁੱਖ ਹੈ, ਚੰਗਾ ਵਾ ਤੇ ਬੁਰਾ ਵਾ, ਗੋਰਾ ਵਾ ਤੇ ਕਾਲਾ ਵਾ। ਸਿਮੈਟਰੀ ਹੈ ਹਰ ਚੀਜ਼ ਦੀ, ਹਨਾ। ਅੱਜ ਟਾਈਮ ਚੰਗਾ ਵਾ, ਕੱਲ ਟਾਈਮ ਮਾੜਾ ਹੋ ਜਾਊਗਾ, ਅੱਜ ਮਾੜਾ ਹੈ ਤੇ ਕੱਲ ਚੰਗਾ ਹੋ ਜਾਊਗਾ। ਤਾਂ ਪਰ ਜਿਹੜਾ ਭਗਵਾਨ ਕਹਿ ਰਿਹਾ, ਜਿਹੜਾ ਵਿਅਕਤੀ ਡਿਸਟਰਬ ਨਹੀਂ ਹੁੰਦਾ, ਜਿਹੜਾ ਵਿਅਕਤੀ ਡਿਸਟਰਬ ਨਹੀਂ ਹੁੰਦਾ, ਉਹੀ ਸਥਿਤ ਪ੍ਰਗਯ ਹੈ। ਇੱਕ ਸਟੋਰੀ ਤੁਹਾਡੇ ਨਾਲ ਡਿਸਕਸ ਕਰਦਾ। ਜਨਰਲੀ ਕੀ ਹੁੰਦਾ, ਅਸੀਂ ਡਿਸਟਰਬ ਹੋ ਜਾਂਦੇ ਆ ਨਾ ਬਹੁਤ ਜ਼ਿਆਦਾ, ਅਸੀਂ ਦੂਸਰਿਆਂ 'ਚ ਫਾਲਟ ਫਾਈਂਡ ਕਰਦੇ ਹਾਂ ਕਿ ਉਹ ਵਿਅਕਤੀ ਇਦਾਂ ਦਾ, ਉਹ ਵਿਅਕਤੀ ਇਦਾਂ ਦਾ। ਇੱਕ ਵਾਰੀ ਕੀ ਹੁੰਦਾ, ਇੱਕ ਵਿਅਕਤੀ ਜਿਹੜਾ ਆ ਉਹ ਰਾਜਾ ਕੋ ਜਾਂਦਾ ਆ, ਔਰ ਰਾਜਾ ਨੂੰ ਜਾ ਕੇ ਕਹਿੰਦਾ ਹੈ ਕਿ ਰਾਜਾ,
मैं तो ਤੁਹਾਡੇ राज्य ਦੇ ਵਿੱਚ ਨਾ ਬੜਾ ਪਰੇਸ਼ਾਨ ਹਾਂ। ਰਾਜਾ ਕਹਿੰਦਾ ਵੀ ਪਰੇਸ਼ਾਨ ਕਿਉਂ ਆ, ਮੈਨੂੰ ਦੱਸ, ਮੈਂ ਤੇਰੀ ਪਰੇਸ਼ਾਨੀ ਦੂਰ ਕਰਨਾ, ਤੂੰ ਪਰੇਸ਼ਾਨ ਕਿਉਂ ਹੈ। ਤਾਂ ਉਹ ਵਿਅਕਤੀ ਹੀ ਰਾਜਾ ਨੂੰ ਕਹਿੰਦਾ ਕਿ ਦੇਖੋ, ਮੈਂ ਜਿਹਦੇ ਕੋਲ ਵੀ ਜਾਣਾ ਉਹ ਵਿਅਕਤੀ ਕੁਛ ਨਾ ਕੁਛ ਨੈਗੇਟਿਵ ਬੋਲਦਾ ਹੈ, ਮੈਨੂੰ ਹਰ ਵਿਅਕਤੀ ਦੇ ਵਿੱਚ ਕੁਛ ਨਾ ਕੋਈ ਨੈਗੇਟਿਵਿਟੀ ਨਜ਼ਰ ਆਉਂਦੀ ਹੈ, ਹਰ ਵਿਅਕਤੀ ਜਿਹੜਾ ਉਹ ਗਲਤ ਹੈ, ਮਤਲਬ ਗਲਤ ਚੀਜ਼ਾਂ ਜਿਹੜੀਆਂ ਐਕਸਪਲੇਨ ਕਰਦੇ ਆ, ਔਰ ਮੇਰਾ ਮਾਈਂਡ ਬੜਾ ਡਿਸਟਰਬ ਹੋ ਜਾਂਦਾ। ਰਾਜਾ ਨੇ ਕਿਹਾ ਅੱਛਾ ਨਾ, ਤੁਸੀਂ ਸੁਣ ਕੇ ਹੈਰਾਨ ਹੋਗੇ ਰਾਜਾ ਨੇ ਉਹਨੂੰ ਕੀ ਆਨਸਰ ਕੀਤਾ। ਰਾਜਾ ਨੇ ਉਹਨੂੰ ਕਿਹਾ ਕਿ ਆ ਲੈ ਇੱਕ ਘੜਾ, ਠੀਕ ਹੈ, ਆ ਲੈ ਇੱਕ ਕੋਟ, ਉਹਨੂੰ ਪੂਰਾ ਭਰ ਦਿੱਤਾ ਉਹਨੇ ਉੱਪਰ ਨੱਕੋ ਨੱਕ ਤੇਲ ਦੇ ਨਾਲ। ਰਾਜਾ ਨੇ ਕਿਹਾ ਕਿ ਆ ਤੇਲ ਵਾਲਾ ਘੜਾ ਲੈ, ਇਹਨੂੰ ਫੜ, ਤੇ ਇਹਨੂੰ ਲੈ ਕੇ ਪੂਰਾ ਜਿਹੜਾ ਮੇਰਾ ਨਾ ਪੂਰਾ ਦਾ ਪੂਰਾ ਜਿਹੜਾ ਮਹਿਲ ਹੈ ਮੇਰਾ, ਇਸ ਪੂਰੇ ਮਹਿਲ ਦੇ ਵਿੱਚ ਘੁੰਮ, ਮਤਲਬ ਉਹ ਪੂਰੀ ਜਿਹੜੀ ਹੈ ਜੋ ਵੀ ਉਹਦਾ ਏਰੀਆ ਹੈ, ਉਸ ਪੂਰੇ ਦੇ ਪੂਰੇ ਮਹਿਲ ਦੇ ਵਿੱਚ ਘੁੰਮ, ਤੇ ਜੇ ਇਹਦੇ ਵਿੱਚੋਂ ਇੱਕ ਵੀ ਬੂੰਦ ਤੇਲ ਦੀ ਥੱਲੇ ਡਿੱਗੀ ਤਾਂ ਤੇਰਾ ਸਿਰ ਜਿਹੜਾ ਹੈ ਨਾ ਉਹ ਮੈਂ ਧੜ ਤੋਂ ਅਲੱਗ ਕਰ ਦੇਣਾ, ਤੈਨੂੰ ਮਤਲਬ ਮਾਰ ਦੇਣਾ। ਉਹ ਵਿਅਕਤੀ ਤਾਂ ਹੈਰਾਨ ਹੋ ਗਿਆ, ਵਿਅਕਤੀ ਨੇ ਮੈਂ ਕਿਹੜੇ ਚੱਕਰ 'ਚ ਫਸ ਗਿਆ, ਮੈਂ ਤਾਂ ਇੱਥੇ ਆਇਆ ਸੀ ਰਾਜਾ ਨੂੰ ਕੰਪਲੇਂਟ ਕਰਨ, ਉਲਟਾ ਰਾਜਾ ਨੇ ਮੇਰੀ ਬੈਂਡ ਵਜਾ ਦਿੱਤੀ, ਤਾਂ ਹੁਣ ਰਾਜਾ ਦਾ ਆਰਡਰ ਹੈ ਤੁਹਾਨੂੰ ਮੰਨਣਾ ਪਏਗਾ। ਤਾਂ ਉਹਨੇ ਘੜਾ ਫੜਿਆ ਔਰ ਉਹ ਤੁਰੀ ਗਿਆ, ਸਾਰੇ ਜਿੰਨੀ ਵੀ ਉਹਦੀ ਜੋ ਵੀ ਪੈਲਸ ਸੀਗਾ, ਬੜਾ ਵੱਡਾ ਪੈਲਸ ਸੀਗਾ, ਕਿੰਨੇ ਲੋਕ ਸੀਗੇ ਉਹਦੇ ਆਲੇ ਦੁਆਲੇ, ਸਾਰੇ ਉਹਨੂੰ ਦੇਖ ਰਹੇ ਸੀਗੇ, ਉਹ ਰਾਜਾ ਨੂੰ ਰਿਪੋਰਟ ਕਰਦੇ ਪਏ ਸੀਗੇ ਕਿ ਆਹ ਕਰ ਰਿਹਾ, ਇਸ ਟਾਈਮ ਇੱਥੇ ਹੈ, ਇਸ ਟਾਈਮ ਇੱਥੇ ਹੈ। ਤਾਂ ਉਹ ਬੜੇ ਹੀ ਧਿਆਨ ਦੇ ਨਾਲ ਸਵੇਰੇ ਵਿਚਾਰਾ ਨਿਕਲਿਆ, ਪੂਰਾ ਸ਼ਾਮ ਤੱਕ ਵਾਪਸ ਆਇਆ, ਔਰ ਉਹਨੇ ਰਾਜਾ ਨੂੰ ਆ ਕੇ ਕਿਹਾ ਕਿ ਰਾਜਾ, ਮੈਂ ਬੜੇ ਹੀ ਕੰਸੈਂਟਰੇਸ਼ਨ ਦੇ ਨਾਲ, ਪੂਰਾ ਫੋਕਸ ਸੀਗਾ ਉਹਦੇ ਉੱਤੇ, ਮਤਲਬ ਤੇਲ ਥੱਲੇ ਨਾ ਡਿੱਗੇ, ਉਹਦਾ ਫੋਕਸ ਸੀਗਾ ਪੂਰਾ। ਤਾਂ ਪੂਰਾ ਘੁੰਮ ਆਇਆ ਚਾਰੇ ਬੰਨੇ, ਘੁੰਮ ਕੇ ਰਾਜਾ ਕੋਲ ਆ ਗਿਆ, ਰਾਜਾ ਨੂੰ ਕਿਹਾ ਕਿ ਰਾਜਾ ਆਲੂ ਆਪਣਾ ਘੜਾ, ਮੈਂ ਇੱਕ ਵੀ ਬੂੰਦ ਤੇਲ ਦੀ ਥੱਲੇ ਨਹੀਂ ਡਿੱਗਣ ਦਿੱਤੀ। ਤਾਂ ਰਾਜਾ ਨੇ ਕਿਹਾ ਅੱਛਾ, ਵੈਰੀ ਨਾਈਸ, ਗੁੱਡ। ਤਾਂ ਫਿਰ ਰਾਜਾ ਨੇ ਉਹਨੂੰ ਪੁੱਛਿਆ ਕਿ ਤੇਰੇ ਲਾਗੇ ਚਾਗੇ ਜਿਹੜੇ ਲੋਕ ਸੀਗੇ ਉਹ ਤੇਰੇ ਬਾਰੇ ਕੀ ਗੱਲਾਂ ਕਰ ਰਹੇ ਸੀਗੇ, ਬਟ ਦੇ ਵਰ ਸਪੀਕਿੰਗ ਅਬਾਊਟ ਯੂ, ਤੇਰੇ ਬਾਰੇ ਕੀ ਬੋਲ ਰਹੇ ਸੀਗੇ, ਸਾਰੇ ਤੇਰੀ ਗੱਲ ਕਰ ਰਹੇ ਸੀਗੇ ਕਿਉਂਕਿ ਤੈਨੂੰ ਪਨਿਸ਼ਮੈਂਟ ਮਿਲੀ ਸੀਗੀ, ਪਰ ਕੁਝ ਨਾ ਕੁਝ ਤੇਰੇ ਬਾਰੇ ਬੋਲਦੇ ਹੋਣਗੇ, ਲੋਕਾਂ ਦੀ ਤਾਂ ਆਦਤ ਹੀ ਹੈ ਬੋਲਣਾ। ਤਾਂ ਸਾਰੇ ਬੋਲ ਰਹੇ ਸੀਗੇ, ਮੇਰੇ ਜਿੰਨੇ ਸੈਨਿਕ ਸੀਗੇ ਸਾਰੇ ਤੇਰੇ ਵੱਲ, ਤੇਰੀ ਰਿਪੋਰਟ ਮੈਨੂੰ ਦੇ ਰਹੇ ਸੀਗੇ, ਕਿ ਤੂੰ ਨੋਟਿਸ ਕੀਤਾ ਕਿ ਉਹ ਤੇਰੇ ਬਾਰੇ ਕੀ ਬੋਲ ਰਹੇ ਸੀਗੇ। ਉਹਨੇ ਕਿਹਾ ਕਿ ਨਹੀਂ, ਮੈਂ ਤਾਂ ਕੁਝ ਨੋਟਿਸ ਨਹੀਂ ਕੀਤਾ, ਮੈਨੂੰ ਤਾਂ ਕੁਝ ਵੀ ਨਹੀਂ ਪਤਾ ਕਿ ਉਹ ਕੀ ਬੋਲ ਰਹੇ ਸੀਗੇ। ਰਾਜਾ ਨੇ ਕਿਹਾ ਬਸ ਇਹੀ ਗੱਲ ਹੈ, ਪ੍ਰੋਬਲਮ ਉਹਨਾਂ ਦੇ ਵਿੱਚ ਨਹੀਂ ਹੈ, ਪ੍ਰੋਬਲਮ ਤੇਰੇ ਵਿੱਚ ਹੈ, ਤੂੰ ਦੇਖਣਾ ਹੀ ਨੈਗੇਟਿਵਿਟੀ ਚਾਹਨਾ ਹੈ, ਤੂੰ ਕਿਸੇ ਦੀ ਪੋਜ਼ਿਟਿਵ ਚੀਜ਼ ਨੂੰ ਦੇਖਣਾ ਹੀ ਨਹੀਂ ਚਾਹੁੰਦਾ। ਜਦੋਂ ਅਸੀਂ ਨੈਗੇਟਿਵ ਦੇਖਣਾ ਚਾਹਾਂਗੇ ਤਾਂ ਸਾਨੂੰ ਹਰ ਵਿਅਕਤੀ ਦੇ ਵਿੱਚ ਨੈਗੇਟਿਵ ਨਜ਼ਰ ਆਏਗਾ। ਦੁਰਯੋਧਨ ਨੂੰ ਹਰ ਵਿਅਕਤੀ ਗਲਤ ਹੀ ਨਜ਼ਰ ਆ ਰਿਹਾ ਸੀਗਾ, ਯੁਧਿਸ਼ਠਰ ਮਹਾਰਾਜ ਨੂੰ ਹਰ ਵਿਅਕਤੀ ਸਹੀ ਨਜ਼ਰ ਆ ਰਿਹਾ ਸੀਗਾ। ਡਿਫੈਕਟ ਕਿਹਦੇ ਵਿੱਚ ਹੈ? ਡਿਫੈਕਟ ਸਾਡੇ ਵਿੱਚ ਹੈ। ਅਸੀਂ ਦੂਸਰਿਆਂ ਨੂੰ ਸੋਚਦੇ ਆ ਕਿ ਇਹ ਨਹੀਂ ਕਰ ਰਿਹਾ, ਉਹ ਨਹੀਂ ਕਰ ਰਿਹਾ, ਉਹ ਨਹੀਂ ਕਰ ਰਿਹਾ, ਉਹ ਨਹੀਂ ਕਰ ਰਿਹਾ। ਇਦਾਂ ਨਹੀਂ ਹੋਣਾ ਚਾਹੀਦਾ, ਸਾਨੂੰ ਦੂਸਰਿਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਦੂਸਰਿਆਂ ਨੂੰ ਅੱਗੇ ਵਧਾਉਣਾ ਚਾਹੀਦਾ, ਨਾ ਕਿ ਦੂਸਰਿਆਂ ਨੂੰ ਅਸੀਂ ਡੀ ਐਪਰੀਸ਼ੀਏਟ ਕਰੀਏ, ਜਿਹੜਾ ਵਿਅਕਤੀ ਕਰ ਰਿਹਾ ਉਹਨੂੰ ਵੀ ਅਸੀਂ ਲੱਤ ਖਿੱਚ ਕੇ ਉਹਦੀ ਹੋਰ ਥੱਲੇ ਕਰ ਦਈਏ। ਇਦਾਂ ਇੱਕ ਡਿਵੋਟੀ ਇਦਾਂ ਨਹੀਂ ਕਰਦਾ, ਇੱਕ ਡਿਵੋਟੀ ਦੂਸਰੇ ਡਿਵੋਟੀ ਨੂੰ ਹਮੇਸ਼ਾ ਐਪਰੀਸ਼ੀਏਟ ਕਰਦਾ ਤਾਂ ਕਿ ਉਹ ਹੋਰ ਅੱਛੀ ਤਰ੍ਹਾਂ ਸੇਵਾ ਕਰ ਸਕੇ। ਉਹ ਇਦਾਂ ਕਦੀ ਨਹੀਂ ਬੋਲਦਾ, ਭਗਵਾਨ ਬੋਲਣਾ ਸਿਖਾ ਰਿਹਾ, ਉਹ ਇਦਾਂ ਕਦੀ ਨਹੀਂ ਬੋਲਦਾ ਕਿ ਦੂਸਰਾ ਵਿਅਕਤੀ ਜਿਹੜਾ ਉਹ ਮਤਲਬ ਕਿ ਪਰੇਸ਼ਾਨ ਹੋ ਜਾਵੇ ਸਾਡੀ ਕਿਸੇ ਗੱਲ ਦੇ ਨਾਲ। ਮਤਲਬ ਭਗਵਾਨ ਨੇ ਕਿੰਨੇ ਕਰੋੜਾਂ ਜਨਮਾਂ ਤੋਂ ਬਾਅਦ ਭਗਵਾਨ ਨੇ ਪਲੈਨਿੰਗ ਕਰ ਕਰਕੇ ਇੱਕ ਡਿਵੋਟੀ ਨੂੰ ਸਾਡੇ ਕੋਲ ਭੇਜਿਆ, ਔਰ ਅਸੀਂ ਉਹਨੂੰ ਕੁਝ ਉਲਟਾ ਸਿੱਧਾ ਬੋਲ ਦਿੱਤਾ, ਔਰ ਸਾਡੇ ਬੋਲਣ ਕਰਕੇ ਉਹ ਭਗਵਾਨ ਨੂੰ ਛੱਡ ਕੇ ਚਲਾ ਗਿਆ, ਔਰ ਕਿੱਡਾ ਵੱਡਾ ਆਫੈਂਸ ਹੋ ਗਿਆ। ਭਗਵਾਨ ਇੰਨੇ ਟਾਈਮ ਤੋਂ ਪਲੈਨਿੰਗ ਕਰ ਰਹੇ ਸੀਗੇ ਉਹਦੇ ਲਈ, ਹੈ ਨਾ, ਔਰ ਅਸੀਂ ਦੋ ਗੱਲਾਂ ਕੀਤੀਆਂ ਐਂਡ ਹੀ ਲੈਫਟ। ਇਦਾਂ ਨਹੀਂ ਬੋਲਣਾ, ਅਸੀਂ ਕਿੱਦਾਂ ਬੋਲਣਾ, ਅਸੀਂ ਫੋਕਸਡ ਰਹਿਣਾ। ਸਾਡਾ ਫੋਕਸ ਜਿੱਦਾਂ ਦਾ ਫੋਕਸ ਸੀਗਾ ਤੇਲ ਦੇ ਉੱਪਰ, ਉਹਨੂੰ ਕੁਝ ਨਹੀਂ ਸੁਣਾਈ ਦਿੱਤਾ, ਉਹਦਾ ਫੋਕਸ ਸੀਗਾ ਤੇਲ ਦੇ ਉੱਪਰ ਕਿ ਤੇਲ ਨਹੀਂ ਡਿੱਗਣਾ ਚਾਹੀਦਾ, ਤੇਲ ਡਿੱਗਾ ਤੇ ਮੈਂ ਗਿਆ। ਬਟ ਇਦਾਂ ਹੀ ਇਸੇ ਤਰ੍ਹਾਂ ਸਾਡਾ ਫੋਕਸ ਵੀ ਹੋਣਾ ਚਾਹੀਦਾ। ਸਾਡਾ ਫੋਕਸ ਕੀ ਹੋਣਾ ਚਾਹੀਦਾ ਕਿ ਮੈਂ ਕ੍ਰਿਸ਼ਨ ਦੀ ਸੇਵਾ ਕਰਨੀ ਹੈ, ਮੈਂ ਭਗਵਾਨ ਦੀ ਸੇਵਾ ਲਈ ਬਣਿਆ, ਮੈਂ ਭਗਵਾਨ ਦੀ ਸੇਵਾ ਕਰਨੀ ਹੈ। ਕੋਈ ਵਿਅਕਤੀ ਕੁਝ ਵੀ ਬੋਲਦਾ ਰਹੇ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੇਰਾ ਫੋਕਸ ਜਿਹੜਾ ਹੈ ਉਹ ਕ੍ਰਿਸ਼ਨਾ ਤੇ ਹੋਣਾ ਚਾਹੀਦਾ। ਕਿਉਂਕਿ ਅਲਟੀਮੇਟਲੀ ਯੂ ਹੈਵ ਟੂ ਲੀਵ ਦਿਸ ਵਰਲਡ, ਇਸ ਸੰਸਾਰ ਨੂੰ ਛੱਡਣਾ ਹੀ ਪਏਗਾ। ਜੇ ਅਸੀਂ ਸੰਸਾਰ ਨੂੰ ਨਹੀਂ ਛੱਡਾਂਗੇ ਤਾਂ ਬਾਰ-ਬਾਰ ਫਿਰ ਉਥਲ ਪੁਥਲ ਹੁੰਦੀ ਰਹੇਗੀ, ਬਾਰ-ਬਾਰ ਜਨਮ ਮ੍ਰਿਤਿੂ ਚਾਹੁੰਦੇ ਰਹਾਂਗੇ, ਫਿਰ ਕਿਆ ਕੋਈ ਰਸਤਾ ਨਹੀਂ ਹੈ, ਕੋਈ ਰਸਤਾ ਨਹੀਂ ਹੈ। ਸੰਸਾਰ ਤੋਂ ਨਿਕਲਣ ਲਈ ਸਾਨੂੰ ਭਗਵਾਨ ਦੀ ਸ਼ਰਨ ਲੈਣੀ ਹੀ ਪਏਗੀ। ਭਗਵਾਨ ਦੀ ਸ਼ਰਨ ਲੈਣ ਦਾ ਕੀ ਅਰਥ ਹੈ? ਜੋ ਭਗਵਾਨ ਕਹਿ ਰਹੇ ਉਹਨੂੰ ਆਪਣੀ ਲਾਈਫ ਦੇ ਵਿੱਚ ਅਪਲਾਈ ਕਰਨਾ ਪਏਗਾ। ਜੇ ਅਸੀਂ ਐਸੇ ਸ਼ਲੋਕ ਨੂੰ ਆਪਣੀ ਲਾਈਫ ਦੇ ਵਿੱਚ ਅਪਲਾਈ ਕਰ ਲੈਂਦੇ ਹਾਂ, ਇੱਕ ਸਥਿਤ ਪ੍ਰਗਯ ਵਿਅਕਤੀ ਕਿੱਦਾਂ ਸੋਚਦਾ ਹੈ, ਕਿੱਦਾਂ ਉਹ ਬੋਲਦਾ ਹੈ, ਤਾਂ ਵਾਕਈ ਸਾਡਾ ਜਿਹੜਾ ਪਰਸਪੈਕਟਿਵ ਹੈ, ਜਿਹੜਾ ਸਾਡਾ ਲਾਈਫ ਸਟਾਈਲ ਹੈ, ਇਹ ਚੇਂਜ ਹੋਣ ਵਾਲਾ ਹੈ। ਵੀ ਆਰ ਗੋਇੰਗ ਟੂ ਚੇਂਜ, ਔਰ ਇਹ ਚੇਂਜ ਹੋਏਗਾ ਜੇ ਅਸੀਂ ਚੇਂਜ ਕਰਨਾ ਚਾਹਾਂਗੇ ਤੇ, ਚਾਹੇ ਕਿੰਨੇ ਸਾਲ ਲੱਗੇ ਰਹੀਏ, ਕਿੰਨੇ ਮਰਜ਼ੀ ਸਾਲ ਲੱਗੇ ਰਹੀਏ ਅਸੀਂ ਭਗਤੀ ਦੇ ਵਿੱਚ, ਜਿੰਨਾ ਚਿਰ ਅਸੀਂ ਆਪਣੀ ਲਾਈਫ ਦੇ ਵਿੱਚ ਐਡ ਆਨ ਨਹੀਂ ਕਰਦੇ, ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਉੱਥੇ ਹੀ ਰਵਾਂਗੇ। ਜੇ ਅਸੀਂ ਨਹੀਂ ਚੇਂਜ ਕਰਨਾ ਚਾਹਾਂਗੇ ਤਾਂ ਅਸੀਂ ਉੱਥੇ ਹੀ ਰਵਾਂਗੇ।
वो ਅਸੀਂ ਚੇਂਜ ਕਰਨਾ ਚਾਹੁੰਦੇ ਹੀ ਨਹੀਂ। तो सानू भगवत गीता ਦੇ ਵਿੱਚ भगवान जो कह रहे हैं कि गल इंपॉर्टेंट है, कृष्णा इज सुप्रीम पर्सनैलिटी ऑफ कृष्णा, भगवान मतलब परम पुरुष ने भगवान, है ना, सुप्रीम पर्सनैलिटी ऑफ गॉड हेड ने, और सुप्रीम पर्सनैलिटी ऑफ गॉड हेड इज वेरी इंटेलिजेंट, भगवान बहुत ज्यादा इंटेलिजेंट ने। कोई भी गल अगर भगवान बोल रहे हैं तो ओदे ओदे कई डीप मीनिंग ने। तो ਅਸੀਂ भगवत गीता ਨੂੰ ਧਿਆਨ ਨਾਲ ਪੜ੍ਹ ਕੇ ਉਹਦੀ ਇੱਕ ਇੱਕ ਗੱਲ ਨੂੰ ਆਪਣੀ ਲਾਈਫ ਦੇ ਵਿੱਚ ਅਪਲਾਈ ਕਰਾਂਗੇ। ਜੇ ਅਸੀਂ ਅਪਲਾਈ ਕਰਾਂਗੇ ਤਾਂ ਭਗਵਾਨ ਦਾ ਮਿਸ਼ਨ ਸਕਸੈਸ ਹੋਊਗਾ। ਮਿਸ਼ਨ ਹੀ ਤਾਂ ਸਕਸੈਸ ਕਰਨਾ ਹੈ। ਆਵਰ ਵਾਟ ਇਜ਼ ਆਵਰ ਫੋਕਸ, ਸਾਡਾ ਫੋਕਸ ਕੀ ਹੈ? ਸਾਡਾ ਫੋਕਸ ਹੈ ਕਿ ਭਗਵਾਨ ਦੇ ਮਿਸ਼ਨ ਨੂੰ ਅੱਗੇ ਵਧਾਉਣਾ। ਸਾਡਾ ਫੋਕਸ ਆਪਣੇ ਆਪ ਨੂੰ ਅੱਗੇ ਵਧਾਉਣਾ ਨਹੀਂ ਹੈ, ਸਾਡਾ ਫੋਕਸ ਕਿਸੇ ਵਿਅਕਤੀ ਨੂੰ ਅੱਗੇ ਵਧਾਉਣਾ ਨਹੀਂ ਹੈ। ਸਾਡਾ ਫੋਕਸ ਹੈ ਕਿ ਕ੍ਰਿਸ਼ਨਾ ਦੀ ਪ੍ਰੇਜ਼ ਹੋਣੀ ਚਾਹੀਦੀ ਹੈ, ਕ੍ਰਿਸ਼ਨਾ ਸ਼ੁੱਡ ਬੀ ਪ੍ਰੇਜ਼। ਜਿੱਦਾਂ ਇੱਕ ਐਗਜ਼ਾਮਪਲ ਹੈ, ਤਾਂ ਜਿੱਦਾਂ ਜਦੋਂ ਗੋਵਰਧਨ ਚੁੱਕਿਆ ਸੀ ਭਗਵਾਨ ਨੇ, ਜਦੋਂ ਭਗਵਾਨ ਨੇ ਗੋਵਰਧਨ ਪਰਵਤ ਚੁੱਕਿਆ ਤਾਂ ਇੰਦਰ ਨੇ ਆ ਕੇ ਉਸ ਤੋਂ ਬਾਅਦ ਭਗਵਾਨ ਤੋਂ ਮਾਫੀ ਮੰਗੀ ਔਰ ਸਤੁਤੀਆਂ ਕੀਤੀਆਂ ਭਗਵਾਨ ਦੀ, ਹੈ ਨਾ। ਔਰ ਥੋੜੇ ਟਾਈਮ ਬਾਅਦ ਜਦੋਂ ਸਤਿਭਾਮਾ ਜੀ ਨੇ ਕਿਹਾ ਕਿ ਮੈਨੂੰ ਪਾਰੀਜਾਤ ਦਾ ਜਿਹੜਾ ਆ ਨਾ ਉਹ ਪੇੜ ਚਾਹੀਦਾ ਸਵਰਗ ਤੋਂ, ਕਿਉਂਕਿ ਉਹਨਾਂ ਨੇ ਪੁੰਨਿਕ ਵਰਤ ਰੱਖਿਆ ਸੀਗਾ, ਮਤਲਬ ਹਸਬੈਂਡ ਦਾ ਪਿਆਰ ਪੂਰੀ ਲਾਈਫ ਮਿਲਦਾ ਰਹੇ, ਇੱਕ ਵਰਤ ਹੁੰਦਾ ਜਿਹੜਾ ਉਹਨਾਂ ਨੇ ਰੱਖਿਆ ਸੀਗਾ। ਤਾਂ ਨਾਰਦ ਮੁਨੀ ਉਹਦੇ ਪੁਰੋਹਿਤ ਸੀਗੇ ਔਰ ਨਾਰਦ ਮੁਨੀ ਸਤਿਭਾਮਾ ਨੇ ਕਿਹਾ ਕਿ ਮੈਨੂੰ ਉਹ ਵ੍ਰਿਕਸ਼ ਚਾਹੀਦਾ, ਕਿਉਂਕਿ ਜਿਹੜੀ ਦੁਰਗਾ ਦੇਵੀ ਸੀਗੀ ਉਹਨੇ ਵੀ ਪੁੰਨਿਕ ਵਰਤ ਕੀਤਾ ਸੀਗਾ शिव जी के लिए, पार्वती जी ने भी पुण्य व्रत किया शिव जी के लिए, और शिव जी ਨੂੰ ਮਨਾ ਕਰ ਦਿੱਤਾ ਸੀਗਾ ਇੰਦਰ ਨੇ ਕਿ ਮੈਂ ਤੈਨੂੰ ਤੁਹਾਨੂੰ ਨਹੀਂ ਦੇ ਸਕਦਾ ਹੈ ਜਿਹੜਾ ਵ੍ਰਿਕਸ਼ ਸੀਗਾ ਪਾਰੀਜਾਤ ਦਾ ਜਿਹੜਾ ਵ੍ਰਿਕਸ਼ ਸੀਗਾ। ਤਾਂ ਪਹਿਲਾਂ ਤਾਂ ਇੰਦਰ ਨੇ ਸੁਧੀਆਂ ਕਰ ਲਈਆਂ ਭਗਵਾਨ ਦੀਆਂ, ਹੈ ਨਾ। ਉਸ ਤੋਂ ਬਾਅਦ ਜਦੋਂ ਪਾਰੀਜਾਤ ਦਾ ਵ੍ਰਿਕਸ਼ ਲੈਣ ਗਏ ਭਗਵਾਨ, ਹੈ ਨਾ, ਇੰਦਰ ਨੇ ਲੜਾਈ ਕਰ ਲਈ ਭਗਵਾਨ ਨਾਲ। ਹੁਣ ਇਹ ਤੇ ਕੰਟਰਡਿਕਸ਼ਨ ਹੋ ਗਈ ਕਿ ਪਹਿਲਾਂ ਤਾਂ ਉਹਨੇ ਸੁਧੀਆਂ ਕਰ ਲਈਆਂ ਕਿ ਕ੍ਰਿਸ਼ਨ ਭਗਵਾਨ ਹੈ, ਮੈਨੂੰ ਮਾਫ ਕਰ ਦਿਓ। ਹੁਣ ਥੋੜੇ ਟਾਈਮ ਬਾਅਦ ਫਿਰ ਕ੍ਰਿਸ਼ਨ ਜਿਹੜਾ ਇੰਦਰ ਆ ਉਹ ਭਗਵਾਨ ਨਾਲ ਲੜਾਈ ਕਰ ਰਿਹਾ। ਕਿਉਂ ਕਰ ਰਿਹਾ ਲੜਾਈ? ਕਿਉਂਕਿ ਇੰਦਰ ਜਿਹੜਾ ਆ ਉਹ ਫਿਰ ਤੋਂ ਦੱਸਣਾ ਚਾਹੁੰਦਾ ਹੈ ਕਿ ਕ੍ਰਿਸ਼ਨਾ ਕੀ ਹੈ, ਕ੍ਰਿਸ਼ਨਾ ਸੁਪਰੀਮ ਪਾਵਰ ਹੈ, ਕ੍ਰਿਸ਼ਨਾ ਨਾਲ ਕੋਈ ਫਾਈਟ ਨਹੀਂ ਕਰ ਸਕਦਾ। ਇੰਦਰ ਵਾਂਟ ਟੂ ਸਪਰੈਡ ਦ ਗਲੋਰੀਜ਼ ਆਫ ਕ੍ਰਿਸ਼ਨਾ। ਇੰਦਰ ਜਿਹੜਾ ਆ ਉਹ ਭਗਵਾਨ ਦੀ ਗਲੋਰੀਜ਼ ਨੂੰ ਸਪਰੈਡ ਕਰਨਾ ਚਾਹੁੰਦਾ ਹੈ ਕਿ ਭਗਵਾਨ ਦਾ ਯਸ਼ ਹੋਰ ਫੈਲੇ, ਇਸ ਲਈ ਉਹ ਭਗਵਾਨ ਨਾਲ ਫਿਰ ਤੋਂ ਲੜਾਈ ਕਰ ਰਿਹਾ ਔਰ ਆਪਣਾ ਧਰਮ ਪਾਲਣ ਵੀ ਕਰ ਰਿਹਾ, ਕਿਉਂਕਿ ਇਹਦਾ ਧਰਮ ਸੀਗਾ ਕਿ ਸਵਰਗ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਨੇ, ਜੋ ਵੀ ਉੱਥੋਂ ਦੀਆਂ ਵਿਭੂਤੀਆਂ ਨੇ, ਉਹਨਾਂ ਦੀ ਰੱਖਿਆ ਕਰਨਾ। ਐਨੀਹਾਉ, तो पॉइंट यह है कि साडा फोकस जिहड़ा है वो होना चाहिए कि असी भगवान नूं भगवान दा जश जिहड़ा है वो संसार दे विच फैलाना। साडा फोकस अपने ते नहीं होना चाहिए, साडा फोकस भगवान दे उत्ते होना चाहिए। भगवान कह रहे यही एक स्थित प्रज्ञ दी क्वालिटीज हैं। दिस इज हाउ अ स्थित प्रज्ञ बिहेव्स, दिस इज हाउ स्थित प्रज्ञ किद्दां बोलदा है, किद्दां चलदा है, हर एक गल जिहड़ी है भगवान ने इत्थे दस्सी। सो कृष्णा इज अ ग्रेट मास्टर, कृष्णा ग्रेट मास्टर है। तो एंड प्रभुपाद लिख रहे हैं जो कृष्ण भावनामृत में स्थिर है वह अच्छाई या बुराई से अछूता रहता है। उन्हें कोई फर्क नहीं पैंदा चंगे बुरे ना, ਉਹਦੇ ਬਾਰੇ ਕੋਈ ਚੰਗਾ ਬੋਲ ਰਿਹਾ ਕੋਈ ਬੁਰਾ ਬੋਲ ਰਿਹਾ, ਡਸਨਟ ਮੈਟਰ। ਅਸੀਂ ਕਈ ਵਾਰ ਮੰਦਿਰ ਦੇ ਵਿੱਚ ਜਾਂਦੇ ਆ ਜਾਂ ਅਸੀਂ ਕਿਸੇ ਵੀ ਜਗ੍ਹਾ ਤੇ ਚਲੇ ਜਾਓ, ਕੁਝ ਲੋਕ ਐਸੇ ਹੋਣਗੇ ਜਿਹੜੇ ਤੁਹਾਨੂੰ ਸਪੋਰਟ ਕਰਨਗੇ, ਕੁਝ ਐਸੇ ਲੋਕ ਹੋਣਗੇ ਜਿਹੜੇ ਤੁਹਾਨੂੰ ਡੀਮੋਟੀਵੇਟ ਕਰਨਗੇ, ਹੈ ਨਾ। ਤਾਂ ਪੋਲਿਟਿਕਸ ਤਾਂ ਹਰ ਜਗ੍ਹਾ ਹੀ ਹੁੰਦੀ ਹੈ। ਕੁਝ ਲੋਕ ਤੁਹਾਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨਗੇ, ਕੁਝ ਤੁਹਾਨੂੰ ਥੱਲੇ ਖਿੱਚਣ ਦੀ ਕੋਸ਼ਿਸ਼ ਕਰਨਗੇ, ਕੋਈ ਚੰਗਾ ਬੋਲਣਗੇ, ਕੁਝ ਮਾੜਾ ਬੋਲਣਗੇ। ਸਾਨੂੰ ਉਹਨਾਂ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ। ਵੀ ਸ਼ੁੱਡ ਨਾਟ ਮੈਟਰ ਕਿ ਸਾਨੂੰ ਕੋਈ ਕੀ ਬੋਲ ਰਿਹਾ, ਅਸੀਂ ਕਿਹਦੇ ਲਈ ਜਾ ਰਹੇ ਹਾਂ, ਅਸੀਂ ਭਗਵਾਨ ਲਈ ਜਾ ਰਹੇ ਹਾਂ। ਸਾਡਾ ਫੋਕਸ ਕ੍ਰਿਸ਼ਨਾ ਦੇ ਉੱਤੇ ਹੋਣਾ ਚਾਹੀਦਾ। ਭਗਵਾਨ ਕਹਿ ਰਹੇ, ਪ੍ਰਭੂ ਲਿਖ ਰਹੇ ਆ, ਜਿਹੜਾ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੇ ਵਿੱਚ ਸਥਿਰ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਵਿਅਕਤੀ ਚੰਗਾ ਆ ਕਿ ਮਾੜਾ ਆ। ਕਈ ਵਾਰੀ ਕੀ ਹੁੰਦਾ, ਅਸੀਂ ਕੋਈ ਸੇਵਾ ਕਰਦੇ ਹਾਂ ਨਾ, ਸਾਨੂੰ ਉਹਦੀ ਐਪਰੀਸ਼ੀਏਸ਼ਨ ਨਹੀਂ ਮਿਲਦੀ ਤਾਂ ਸਾਨੂੰ ਫਰਕ ਨਹੀਂ ਪੈਣਾ ਚਾਹੀਦਾ। ਠੀਕ ਹੈ, ਐਪਰੀਸ਼ੀਏਸ਼ਨ ਮਿਲੀ ਹੈ, ਦੈਟਸ ਓਕੇ, ਕ੍ਰਿਸ਼ਨਾ ਨੇ ਮੈਨੂੰ ਐਪਰੀਸ਼ੀਏਟ ਕੀਤਾ। ਜੇ ਮੈਨੂੰ ਐਪਰੀਸ਼ੀਏਸ਼ਨ ਨਹੀਂ ਮਿਲੀ ਤਾਂ ਵੀ ਓਕੇ, मैं होर अच्छी तरह सेवा करा, मैं भगवान की होर ग्लोरीज को स्प्रेड करा, क्योंकि उसका सरोकार कृष्ण से रहता है जो सर्व मंगलमय है। प्रभुपाद कह रहे हैं कि जेड़ा डिवोटी है ਉਹਨੂੰ नहीं फर्क पैंदा कि ਉਹਦੇ बारे कोई चंगा बोल रहा है कि माड़ा बोल रहा है, क्योंकि ਉਹਦਾ सरोकार, ਉਹਦਾ रिलेशन किहदे नाल है, ਉਹਦਾ रिलेशन कृष्ण दे नाल है ਜਿਹੜੇ ਸਰਵ ਮੰਗਲਮय है। ਉਹਦਾ ਮੰਗਲ ਤਾਂ ਹੋ ਹੀ ਰਿਹਾ ਕਿਉਂਕਿ ਉਹ ਭਗਵਾਨ ਲਈ ਕਰਦਾ। ਕੋਈ ਤੁਹਾਨੂੰ ਐਪਰੀਸ਼ੀਏਟ ਕਰਦਾ ਹੈ, ਠੀਕ ਹੈ, ਨਹੀਂ ਕਰਦਾ ਤਾਂ ਵੀ ਠੀਕ ਹੈ, ਤੁਸੀਂ ਆਪਣਾ ਕੰਮ ਕਰੀ ਜਾਓ, ਤੁਸੀਂ ਭगवान ਦੇ ਲਈ एफर्ट्स करते रहो। ऐसे कृष्ण भावनामृत से मनुष्य पूर्ण ज्ञान की स्थिति प्राप्त कर लेता है। प्रभुपाद कहते हैं कि इदां ਅਸੀਂ प्रैक्टिस करते रहांगे ਜਦੋਂ ਸਾਨੂੰ ਕੋਈ ਬੋਲ ਰਿਹਾ, ਅੱਛਾ ਬੋਲ ਰਿਹਾ, ਬੁਰਾ ਬੋਲ ਰਿਹਾ, ਉਹਨੂੰ ਇਗਨੋਰ ਕਰ ਦਿਓ, ਛੱਡ ਦਿਓ ਉਹਨੂੰ। ਜਦੋਂ ਅਸੀਂ ਇਦਾਂ ਕਰਦੇ ਰਵਾਂਗੇ ਤਾਂ ਅਸੀਂ ਪੂਰਨ ਗਿਆਨ ਦੇ ਵਿੱਚ ਸਥਿਤ ਹੋ ਜਾਵਾਂਗੇ ਇੱਕ ਦਿਨ। ਔਰ ਇਸੇ ਹੀ ਸਿਚੁਏਸ਼ਨ ਨੂੰ ਪ੍ਰਭੁਪਾਦ ਕਹਿ ਰਿਹਾ ਹੈ ਕਿ ਇਸੇ ਸਿਚੁਏਸ਼ਨ ਨੂੰ ਹੀ ਸਮਾਧੀ ਕਹਿੰਦੇ। This situation is called samadhi. Simple. ਤਾਂ ਇੱਥੇ ਭਗਵਾਨ ਨੇ
ਦੱਸਿਆ ਹੈ ਕਿ ਕ੍ਰਿਸ਼ਨ ਭਾਵਨਾ ਭਾਵਿਤ ਜਿਹੜਾ ਵਿਅਕਤੀ ਹੈ ਉਹਦੀ ਲੈਂਗੁਏਜ ਕੀ ਹੈ, ਹਾਊ ਹੀ ਸਪੀਕਸ, ਨਾ ਤਾਂ ਉਹ ਡਿਸਟਰਬ ਹੁੰਦਾ ਆ, ਡਿਸਟਰਬ ਨਹੀਂ ਹੁੰਦਾ, ਚਾਹੇ ਉਹਨੂੰ ਕੋਈ ਚੰਗਾ ਬੋਲੇ ਮਾੜਾ ਬੋਲੇ, ਉਹਦੀ ਲਾਈਫ 'ਚ ਚੰਗੀਆਂ ਚੀਜ਼ਾਂ ਹੁੰਦੀਆਂ ਮਾੜੀਆਂ ਚੀਜ਼ਾਂ ਹੁੰਦੀਆਂ, ਉਹ ਡਿਸਟਰਬ ਨਹੀਂ ਹੁੰਦਾ, ਉਹਨੂੰ ਇਹਨਾਂ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ। ਤਾਂ ਅਸੀਂ ਸਥਿਤ ਪ੍ਰਗਯ ਬਣਨਾ ਤਾਂ ਕਿ ਸਾਡਾ ਅਸੀਂ ਵੀ ਇੱਕ ਦਿਨ ਪ੍ਰਗਯ ਬਣੀਏ, ਪ੍ਰੈਕਟਿਸ ਕਰਨੀ। ਹਰੇ ਕ੍ਰਿਸ਼ਨਾ, ਸ਼੍ਰੀਲ ਪ੍ਰਭੁਪਾਦ ਕੀ ਜੈ। ਹੁਣ ਮੈਂ ਰਿਕੁਐਸਟ ਕਰਾਂਗਾ ਡਿਵੋਟੀਜ਼ ਨੂੰ, ਜੇ ਤੁਹਾਡਾ ਕੋਈ ਕੁਐਸਚਨ ਹੈ ਤਾਂ ਤੁਸੀਂ ਪਲੀਜ਼ ਪੁੱਛ ਸਕਦੇ ਹੋ। ਤੁਸੀਂ हैंड रेज कर सकते हो या अनम्यूट कर सकते हो, अनम्यूट वाली ऑप्शन भी ऑन है। और अगर ਤੁਹਾਡੇ ਕੋਲ ਕੋਈ ਕਮੈਂਟਸ ਆਏ, ਤੁਸੀਂ ਕੁਝ ਐਡ ਆਨ ਕਰਨਾ ਚਾਹੁੰਦੇ ਹੋ, ਯੂ ਆਰ ਮੋਸਟ ਵੈਲਕਮ।